साहिब जी। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। जेता समुंद सागर नीर भरिया तेते अवगण हमारे। दया करहो किछ मेहर उपावहो। डूब दे पत्थर तारे। जियड़ा अगन बराबर तपै पीतर बगै काती। प्रणवत नानक हुक्म पछाणै सुख होवै दिन राती। प्रणवत नानक हुक्म पछाणै सुख होवै दिन राती। तू सुल्तान कहाँ मियाँ तेरी कवन वडाई। जो तू देहे सो कहाँ स्वामी। मैं मूर्ख कहन न जाई। जो तू देहे सो कहाँ स्वामी। मैं मूर्ख कहन न जाई। धन वाहिगुरु साहिब जी। सलोक तीन गुणा मह व्याप्या पूरन होत न काम।
ਉਧਾਰਨ ਮਨ ਬਸੈ, ਨਾਨਕ ਛੂਟੈ ਨਾਮ। ਤੀਨ ਗੁਣਾ ਮਹਿ ਵਿਆਪਿਆ, ਪੂਰਨ ਹੋਤ ਨ ਕਾਮ। ਪਤਿਤ ਉਧਾਰਨ ਮਨ ਬਸੈ, ਨਾਨਕ ਛੂਟੈ ਨਾਮ। ਪੌੜੀ। ਤ੍ਰਉਦਸੀ ਤੀਨ ਤਾਪ ਸੰਸਾਰ, ਆਵਤ ਜਾਤ ਨਰਕ ਅਵਤਾਰ। ਹਰ ਹਰ ਭਜਨ ਨਾ ਮਨ ਮਹਿ ਆਇਓ, ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ। ਹਰਖ ਸੋਗ ਕਾ ਦੇਹ ਕਰ ਬਾਧਿਓ, ਦੀਰਘ ਰੋਗ ਮਾਇਆ ਆਸਾਦਿਓ। ਦਿਨਹਿ ਬਿਕਾਰ ਕਰਤ ਸ਼ਰਮ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ। ਹਰ ਬਿਸਰਤ ਹੋਵਤ ਇਹ ਹਾਲ, ਸਰਨ ਨਾਨਕ ਪ੍ਰਭ ਪੁਰਖ ਦਇਆਲ। ਹਰ ਬਿਸਰਤ ਹੋਵਤ ਇਹ ਹਾਲ, ਸਰਨ ਨਾਨਕ ਪ੍ਰਭ ਪੁਰਖ ਦਇਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਸਾਹਿਬ ਸਤਿਗੁਰੂ ਦੀਨ ਦੁਨੀਆ ਦੇ ਵਾਲੀ, ਚਵਰ ਛਤਰ ਤਖਤ ਦੇ ਮਾਲਕ, ਗੁਰ ਤਖਤ ਤੇ ਬਿਰਾਜਮਾਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਸੁਭਾਏਮਾਨ ਸਜ ਬੈਠੀ ਸਮੂਹ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਹੋਏ ਉਦਮ ਉਪਰਾਲੇ ਦੇ ਸਦਕਾ ਇਸ ਪਾਵਨ ਅਸਥਾਨ ਤੇ ਜੋ ਪਿਛਲੇ ਕੁਝ ਦਿਨਾਂ ਤੋਂ 29ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਆਰੰਭਤਾ ਹੋਈ, ਅੱਜ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਸਜੇ ਹੋਏ ਦੀਵਾਨਾਂ ਦੇ ਅੰਦਰ ਬੜੇ ਪਿਆਰ ਬੜੀ ਭਾਵਨਾ ਦੇ ਨਾਲ ਆਪ ਜੀ ਬੈਠ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਦੀਨਾ ਨਗਰ ਵਾਲੇ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬੜੇ ਪਿਆਰ ਦੇ ਨਾਲ ਉਹ ਆਪ ਜੀ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸ਼ਰਵਣ ਕਰਵਾ ਕੇ ਗਏ ਨੇ। ਉਸ ਤੋਂ ਉਪਰੰਤ ਜੋ ਇਸ ਅਸਥਾਨ ਤੇ ਲੜੀਵਾਰ ਸ਼ਬਦ ਵਿਚਾਰ ਦੀ ਕਥਾ ਦਾ ਨਿਰੰਤਰ ਪ੍ਰਵਾਹ ਚੱਲਦਾ ਹੈ, ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜੋ ਪਾਵਨ ਸ਼ਬਦ ਆਪ ਜੀ ਨੇ ਸ਼ਰਵਣ ਕੀਤਾ, ਇਹਨਾਂ ਹੀ ਅੰਮ੍ਰਿਤ ਬਚਨਾਂ ਨੂੰ
ਸਤਿਗੁਰਾਂ ਦੀ ਕਿਰਪਾ ਦੇ ਸਦਕਾ ਅਸੀਂ ਅੱਜ ਦੇ ਇਹਨਾਂ ਦੀਵਾਨਾਂ ਵਿੱਚ ਵਿਚਾਰਨ ਦਾ, ਸਮਝਣ ਦਾ ਯਤਨ ਕਰਾਂਗੇ। ਸਤਿਗੁਰਾਂ ਨੇ ਜੋ ਬਖਸ਼ਿਸ਼, ਜੋ ਰਹਿਮਤ ਵਰਤਾਈ, ਇੱਕ ਇੱਕ ਵਚਨ ਵਿੱਚ, ਇੱਕ ਇੱਕ ਸ਼ਬਦ ਅੰਦਰ ਸਤਿਗੁਰਾਂ ਨੇ ਇਸ ਮਨੁੱਖੀ ਜ਼ਿੰਦਗੀ ਨੂੰ ਵੀ ਤੂੰ ਇਸ ਮਾਤਲੋਕ ਵਿੱਚ ਆਇਆ, ਸੰਸਾਰ ਵਿੱਚ ਆਇਆ, ਤੇ ਹਰ ਇੱਕ ਨੂੰ ਉਸ ਪਰਮਾਤਮਾ ਨੇ, ਕਰਤਾਰ ਨੇ ਗਿਣ ਕੇ ਸਵਾਸ ਦਿੱਤੇ ਨੇ। ਕਿਸੇ ਕੋਲ ਸਵਾਸ ਘੱਟ ਨੇ, ਕਿਸੇ ਕੋਲ ਸਵਾਸ ਜ਼ਿਆਦਾ ਨੇ। ਹਰ ਇੱਕ ਜੀਵ ਆਪਣੀ ਆਰਬਲਾ ਦਾ ਭੁਗਤਾਨ ਕਰਕੇ ਇਸ ਦੁਨੀਆ ਤੋਂ ਕੋਚ ਕਰ ਜਾਂਦਾ ਹੈ। ਪਰ ਸਤਿਗੁਰਾਂ ਨੇ ਗੱਲ ਸਮਝਾਈ ਵੀ ਇਸ ਦੁਨੀਆ ਤੋਂ ਤੇ ਚਲੇ ਤੇ ਹਰ ਇੱਕ ਨੇ ਜਾਣਾ ਹੈ, ਪਰ ਜਿਹੜਾ ਜੀਵ ਇਸ ਸੰਸਾਰ ਤੇ ਆਉਂਦਾ ਹੈ, ਹਜ਼ੂਰ ਕਹਿਣ ਲੱਗੇ ਜਾਣ ਤੋਂ ਪਹਿਲਾਂ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਕੇ, ਇਹਨਾਂ ਵਿਸ਼ੇ ਵਿਕਾਰਾਂ ਤੋਂ ਆਪਣੇ ਜੀਵਨ ਨੂੰ ਥੋੜ੍ਹਾ ਜਿਹਾ ਪਾਸੇ ਕਰਕੇ, ਜਦੋਂ ਉਸ ਪਰਿਪੂਰਨ ਪਰਮਾਤਮਾ ਦੀ ਕੋਈ ਸਿਫਤ ਸਲਾਹ ਵੀ ਜੁੜਦਾ ਹੈ, ਜਦੋਂ ਉਸ ਪਰਮਾਤਮਾ ਦੇ ਨਾਮ, ਉਹਦੀ ਬੰਦਗੀ ਦੇ ਅੰਦਰ ਕੋਈ ਜੁੜਦਾ ਹੈ, ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਆਪਣੇ ਜੀਵਨ ਨੂੰ ਸਫਲ ਬਣਾ ਕੇ ਚਲਾ ਜਾਂਦਾ ਹੈ। ਅੱਜ ਦੇ ਇਹਨਾਂ ਅੰਮ੍ਰਿਤ ਬਚਨਾਂ ਵਿੱਚ ਸਤਿਗੁਰਾਂ ਨੇ ਗੱਲ ਮਾਇਆ ਦੀ ਕੀਤੀ, ਤੇ ਮਾਇਆ ਦੇ 3 ਗੁਣਾਂ ਦੀ ਗੱਲ ਕਰਕੇ ਹਜ਼ੂਰ ਕਹਿਣ ਲੱਗੇ ਹਰ ਇੱਕ ਜੀਵ ਇਹਨਾਂ ਗੁਣਾਂ ਦੇ ਅੰਦਰ ਹੀ ਗਰਸਿਆ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ ਅਸੀਂ ਇਹਨਾਂ ਅੰਮ੍ਰਿਤ ਬਚਨਾਂ ਨੂੰ ਵਿਚਾਰ ਸਕੀਏ। ਤੇ ਨਾਲ ਹੀ ਮੈਂ ਆਪ ਜੀ ਸਮੂਹ ਸੰਗਤ ਦੇ ਚਰਨਾਂ ਵਿੱਚ ਇੱਕ ਬੇਨਤੀ ਕਰ ਜਾਵਾਂ। ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਅੰਮ੍ਰਿਤ ਵੇਲੇ ਤੋਂ ਇੱਥੇ ਸੱਜ ਬੈਠੇ ਹੋ। ਬੜਾ ਟਿਕਾ ਆਪ ਜੀ ਨੇ ਇਕਾਗਰਤਾ ਬਖਸ਼ਿਸ਼ ਕੀਤੀ। ਤੇ ਇੱਕ ਬੇਨਤੀ ਆਪਾਂ ਸਾਰਿਆਂ ਨੇ ਰਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਕਰਨੀ ਹੈ, ਪਾਤਸ਼ਾਹ ਜੀ ਕਿਰਪਾ ਕਰਿਓ, ਸਾਡਾ ਕਹਿਆ ਅਤੇ ਸੁਣਿਆ ਆਪਣੇ ਦਰ ਤੇ ਪ੍ਰਵਾਨ ਕਰ ਲੈਣਾ। ਜੋ ਅਸੀਂ ਇਸ ਰਸਨਾ ਤੋਂ ਤੁਹਾਡੀ ਸਿਫਤ ਵਿੱਚ ਬੋਲਣਾ ਹੈ, ਤੁਹਾਡੇ ਗੁਣਾਂ ਨੂੰ ਗਾਉਣਾ ਹੈ, ਤੇ ਇਹਨਾਂ ਕੰਨਾਂ ਨਾਲ ਜੋ ਅਸੀਂ ਤੁਹਾਡੀ ਸਿਫਤ, ਤੁਹਾਡੀ ਵਡਿਆਈ ਨੂੰ ਸੁਣਨਾ ਹੈ, ਕਿਰਪਾ ਕਰਿਓ ਪਾਤਸ਼ਾਹ ਜੀ ਸਾਡੇ ਹਿਰਦੇ ਦੇ ਅੰਦਰ ਵਸ ਜਾਏ। ਸਾਡੇ ਹਿਰਦੇ ਦੇ ਅੰਦਰ ਤੁਹਾਡੇ ਬਚਨ, ਤੁਹਾਡੀ ਸਿੱਖਿਆ ਘਰ ਕਰ ਜਾਏ, ਤਾਂ ਹੀ ਸਤਿਗੁਰੂ ਜੀ ਦੇ ਦਰ ਤੇ, ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠਿਆਂ ਦਾ ਸਾਡਾ ਇਹ ਸਭ ਕੁਝ ਮੁਬਾਰਕ ਹੋਵੇਗਾ। ਆਓ ਵਿਚਾਰ ਦੀ ਆਰੰਭਤਾ ਆਪਾਂ ਕਰਾਂਗੇ। ਸਤਿਗੁਰੂ ਜੀ ਅੰਗ ਸੰਗ ਸਹਾਈ ਹੋ ਕੇ ਆਪ ਹੀ ਇਹਨਾਂ ਬਚਨਾਂ ਦੀ ਵਿਚਾਰ ਕਰਵਾ ਲੈਣ। ਸਮੂਹ ਸੰਗਤ ਅਸੀਸ ਬਖਸ਼ਿਸ਼ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਬੜੇ ਪਿਆਰ ਤੇ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਫੇਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਉਸ ਕਾਦਰ, ਉਸ ਕਰਤਾਰ ਪਰਮਾਤਮਾ ਨੇ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ, ਸਤਿਗੁਰਾਂ ਨੇ ਇਸ ਸ੍ਰਿਸ਼ਟੀ ਦੇ ਅੰਦਰ ਇੱਕ ਪਹਿਲੂ ਨਹੀਂ ਬਣਾਇਆ, ਹਰ ਇੱਕ ਚੀਜ਼ ਦੇ 2 ਪਹਿਲੂ ਪਾਤਸ਼ਾਹ ਨੇ ਬਣਾਏ ਨੇ। ਜੇ ਧਰਮ ਹੈ ਨਾਲ ਅਧਰਮ ਵੀ ਹੈ, ਜੇ ਸੱਚ ਹੈ ਨਾਲ ਝੂਠ ਵੀ ਹੈ। ਸਾਧ ਸੰਗਤ, ਜੇ ਦਿਨ ਹੈ ਰਾਤ ਵੀ ਹੈ, ਜੇ ਛਾਂ ਹੈ ਨਾਲ ਧੁੱਪ ਵੀ ਹੈ। ਇੰਜ ਮੈਂ ਕਹਿ ਲਵਾਂ ਹਰ ਇੱਕ ਚੀਜ਼ ਦੇ 2 ਪਹਿਲੂ ਨੇ। ਗੁਰਮੁਖ ਵੀ ਹੈ ਨਾਲ ਮਨਮੁਖ ਵੀ ਹੈ। ਉਸ ਪਰਮਾਤਮਾ ਦੀ ਸਿਫਤ, ਉਹਦੀ ਵਡਿਆਈ ਕਰਨ ਵਾਲੇ ਵੀ ਇਸ ਜਗਤ ਅੰਦਰ ਨੇ, ਤੇ ਉੱਥੇ ਪਰਮਾਤਮਾ ਨੂੰ ਆਪਣੇ ਜੀਵਨ 'ਚੋਂ ਵਿਸਾਰ ਕੇ
ਪਰਮਾਤਮਾ ਦੀ ਦੂਸਰੇ ਪੱਖ ਦੀ ਗੱਲ ਕਰੀਏ, ਉਸ ਮਾਇਆ ਨਾਲ ਪਿਆਰ ਕਰਨ ਵਾਲੇ ਵੀ ਬਹੁਤਾਤ ਵਿੱਚ ਨੇ। ਇੰਜ ਕਹਿ ਲਈਏ ਵੀ ਮਾਇਆ ਵਿੱਚ ਗਲਤਾਨ ਰਹਿਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਪਰਮਾਤਮਾ ਨਾਲ ਜੁੜਨ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਸਤਿਗੁਰਾਂ ਨੇ ਤੇ ਵਚਨ ਵੀ ਕੀਤਾ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਹੈਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਉਹ ਬਹੁਤ ਥੋੜ੍ਹੇ ਨੇ, ਉਹਨਾਂ ਦੀ ਗਿਣਤੀ ਸੀਮਤ ਹੈ, ਜਿਨ੍ਹਾਂ ਨੇ ਆਪਣੇ ਇੱਕ ਇੱਕ ਸਵਾਸ ਦੇ ਨਾਲ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਆ, ਉਸ ਕਾਦਰ ਦੀ ਸਿਫਤ ਸਲਾਹ ਕੀਤੀ ਤੇ ਹਮੇਸ਼ਾ ਉਹਦੀ ਯਾਦ ਦੇ ਅੰਦਰ ਆਪਣਾ ਜੀਵਨ ਬਸਰ ਕੀਤਾ ਹੈ। ਸਾਧ ਸੰਗਤ ਜੀ, ਦੇਖੋ ਜਿਹੜੀ ਇਹ ਮਾਇਆ ਹੈ ਜੋ ਪਰਮਾਤਮਾ ਦੀ ਸ਼ਰੀਕ ਹੈ, ਇਸ ਮਾਇਆ ਨੇ ਹਰ ਇੱਕ ਹੀਲਾ ਵਰਤਿਆ, ਹਰ ਇੱਕ ਮਨੁੱਖ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ। ਇਹ ਮਾਇਆ ਅਨੇਕਾਂ ਰੂਪਾਂ ਵਿੱਚ ਇਸ ਮਨੁੱਖ ਤੇ ਆਪਣਾ ਪ੍ਰਭਾਵ ਪਾਉਂਦੀ ਹੈ, ਇੱਕ ਰੂਪ ਵਿੱਚ ਨਹੀਂ, ਅਨੇਕਾਂ ਰੂਪ ਵਿੱਚ। ਜਦੋਂ ਅਸੀਂ ਸਤਿਗੁਰੂ ਜੀ ਨੂੰ ਇਹ ਬੇਨਤੀ ਕਰਕੇ ਪੁੱਛਦੇ ਹਾਂ, ਪਾਤਸ਼ਾਹ ਮਾਇਆ ਹੈ ਕੀ ਇਹ ਧਨ ਦੌਲਤ, ਇਹ ਪਦਾਰਥ, ਇਹ ਮਾਇਆ ਨੇ, ਇਹ ਪੈਸਾ ਮਾਇਆ ਨਹੀਂ। ਸਤਿਗੁਰਾਂ ਨੇ ਸਾਫ਼ ਬਚਨ ਕੀਤਾ। ਹਜ਼ੂਰ ਕਹਿਣ ਲੱਗੇ, ਹਰ ਇੱਕ ਉਹ ਚੀਜ਼, ਹਰ ਇੱਕ ਉਹ ਵਸਤੂ, ਚਾਹੇ ਉਹ ਤੇਰੇ ਪਰਿਵਾਰ ਵਾਲੇ ਨੇ, ਤੇਰੇ ਸਾਕ ਸੰਬੰਧੀ, ਤੇਰੇ ਮਿੱਤਰ ਨੇ, ਕੋਈ ਵੀ ਹੋ ਸਕਦਾ ਹੈ। ਹਜ਼ੂਰ ਕਹਿਣ ਲੱਗੇ, ਜਿਨਨੇ ਵੀ ਤੈਨੂੰ ਪਰਮਾਤਮਾ ਨਾਲੋਂ ਤੋੜ ਦਿੱਤਾ, ਜਿਸ ਕਰਕੇ ਵੀ ਤੂੰ ਪਰਮਾਤਮਾ ਤੋਂ ਜੁਦਾ ਹੋ ਗਿਆ, ਉਸ ਵਾਹਿਗੁਰੂ ਨਾਲੋਂ ਟੁੱਟ ਗਿਆ, ਤੇਰੀ ਸੁਰਤ, ਤੇਰਾ ਧਿਆਨ, ਤੇਰੀ ਲਿਵ ਉਸ ਵਾਹਿਗੁਰੂ ਦੇ ਚਰਨਾਂ ਨਾਲੋਂ ਜਦੋਂ ਵੀ ਪਾਸੇ ਹੋ ਗਈ, ਜਿਸ ਕਰਕੇ ਵੀ ਤੂੰ ਪਰਮਾਤਮਾ ਨਾਲੋਂ ਟੁੱਟਦਾ, ਉਸ ਕਰਤਾਰ ਨੂੰ ਆਪਣੇ ਚਿੱਤ ਵਿੱਚੋਂ ਵਿਸਾਰਦਾ। ਪਾਤਸ਼ਾਹ ਕਹਿਣ ਲੱਗੇ, ਹਰ ਇੱਕ ਚੀਜ਼ ਉਹ ਮਾਇਆ ਹੈ, ਜਿਸ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹੁੰਨੇ ਹਾਂ। ਸਾਧ ਸੰਗਤ ਜੀਓ, ਅੱਜ ਸਤਿਗੁਰ ਨੇ ਜੋ ਸਾਡੇ ਤੇ ਮਹਾਨਤਾ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਜੋ ਪਾਵਨ ਬਚਨ ਸਾਨੂੰ ਸਤਿਗੁਰਾਂ ਨੇ ਵਿਚਾਰ ਦੇ ਅਧੀਨ ਬਖਸ਼ਿਸ਼ ਕੀਤਾ ਹੈ, ਇਹਨਾਂ ਅੰਮ੍ਰਿਤ ਬਚਨਾਂ ਵਿੱਚ ਗਰੀਬ ਨਵਾਜ ਇਹੀ ਗੱਲ ਸਮਝਾਉਣ ਦਾ ਯਤਨ ਪੇ ਕਰ ਰਹੇ ਨੇ। ਸਤਿਗੁਰਾਂ ਨੇ ਜੋ ਇਹ ਪਾਵਨ ਬਾਣੀ ਥਿੱਤੀ ਗੌੜੀ, ਆਪ ਜੀ ਸਾਰੇ ਸੋਝਵਣ ਇੱਥੇ ਬੈਠੇ ਹੋ, ਸਤਿਗੁਰਾਂ ਨੇ ਸਮੇਂ ਦੀ ਜਿਹੜੀ ਵੀ ਮਨੁੱਖ ਨੇ ਵੰਡ ਕੀਤੀ, ਸਮੇਂ ਦੀ ਵੰਡ ਮਨੁੱਖ ਨੇ ਕੀਤੀ ਹੈ, ਇਨਸਾਨ ਇਸ ਬੰਦੇ ਨੇ ਕੀਤੀ ਹੈ। ਇਹਨੇ ਸਮੇਂ ਨੂੰ ਸਾਲਾਂ ਵਿੱਚ ਵੰਡਿਆ, ਫਿਰ ਸਾਲ ਨੂੰ ਮਹੀਨਿਆਂ ਵਿੱਚ ਵੰਡਿਆ, ਮਹੀਨਿਆਂ ਨੂੰ ਸਾਧ ਸੰਗਤ ਜੀ ਥਿੱਤੀਆਂ ਵਿੱਚ ਵੰਡਿਆ ਗਿਆ, ਸਪਤਾਹ ਵਿੱਚ ਵੰਡਿਆ ਗਿਆ, ਫਿਰ ਸਪਤਾਹ ਨੂੰ ਦਿਨਾਂ ਵਿੱਚ ਵੰਡਿਆ ਗਿਆ, ਦਿਨਾਂ ਨੂੰ ਪਹਿਰਾਂ ਵਿੱਚ ਵੰਡਿਆ ਗਿਆ, ਤੇ ਪਹਿਰਾਂ ਨੂੰ ਵੀ ਅੱਗੇ ਵੰਡਿਆ ਗਿਆ। ਹੁਣ ਵੇਖੋ, ਸਾਲ 'ਚ 12 ਮਹੀਨੇ ਨੇ, 12 ਮਹੀਨੇ, ਤੇ ਉੱਥੇ ਇੱਕ ਮਹੀਨੇ ਨੂੰ ਸਾਧ ਸੰਗਤ 4 ਸਪਤਾਹ ਵਿੱਚ ਬੰਦੇ ਨੇ ਵੰਡ ਦਿੱਤਾ, ਤੇ ਇੱਕ ਸਪਤਾਹ ਨੂੰ 7 ਦਿਨਾਂ ਵਿੱਚ ਵੰਡ ਦਿੱਤਾ। ਹੁਣ ਜਿੱਥੇ ਸਤਿਗੁਰਾਂ ਨੇ 12 ਮਾਹ ਦੀ ਬਾਣੀ ਉਚਾਰਨ ਕੀਤੀ, ਹਰ ਇੱਕ ਮਹੀਨੇ ਵਿੱਚ ਸਾਨੂੰ ਕੋਈ ਨਾ ਕੋਈ ਉਪਦੇਸ਼ ਦਿੱਤਾ ਹੈ, ਕੋਈ ਨਾ ਕੋਈ ਸਿੱਖਿਆ ਦਿੱਤੀ ਹੈ। ਉੱਥੇ ਥਿੱਤੀਆਂ ਦੇ ਰਾਹੀਂ ਵੀ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ। 15 ਥਿੱਤੀ ਤੈ 7 ਵਾਰ, 15 ਥਿੱਤੀਆਂ ਸਤਿਗੁਰਾਂ ਨੇ ਉਚਾਰਨ ਕੀਤੀਆਂ, ਉੱਥੇ 7 ਵਾਰ ਵੀ ਉਚਾਰਨ ਕੀਤੇ ਨੇ। ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਪੜ੍ਹਦੇ ਹਾਂ, ਵੇਖੋ ਸਤਿਗੁਰ ਨੇ ਇੱਕ ਇੱਕ ਦਿਨ ਦੀ ਗੱਲ ਕੀਤੀ, ਐਤਵਾਰ ਦੀ, ਸੋਮਵਾਰ ਦੀ, ਹਰ ਇੱਕ ਦਿਨ ਦੀ ਗੱਲ ਕੀਤੀ, ਤੇ ਸਤਿਗੁਰਾਂ ਨੇ ਇੱਥੋਂ ਤੱਕ ਸਾਨੂੰ ਇੰਨੀ ਕੁ ਬਾਰੀਕੀ ਵਿੱਚ ਗਏ, ਇੰਨੀ ਕੁ ਗਹਿਰਾਈ ਵਿੱਚ ਗਏ। ਪਾਤਸ਼ਾਹ ਨੇ ਕਹਿ ਦਿੱਤਾ, ਐ ਜੀਵ, ਤੈਨੂੰ ਹਰ ਇੱਕ ਦਿਨ ਦਾ ਨੇਮ ਸਮਝਾ ਦਿਆਂ ਵੀ ਤੂੰ ਇਸ ਦਿਨ ਕੀ ਕਰਨਾ ਹੈ ਤੇ ਇਸ ਦਿਨ ਕੀ ਕਰਨਾ ਹੈ। ਉੱਥੇ ਸੱਚੇ ਪਾਤਸ਼ਾਹ ਨੇ ਫਿਰ ਇੱਕ ਦਿਨ ਨੂੰ ਸਾਧ ਸੰਗਤ ਜੀ ਬੰਦੇ ਨੇ ਪਹਿਰਾਂ ਵਿੱਚ ਵੰਡਿਆ, ਦਿਨ ਦੇ 4 ਪਹਿਰ, ਰਾਤ ਦੇ 4 ਪਹਿਰ। ਸਤਿਗੁਰਾਂ ਨੇ ਫਿਰ ਉਹਨਾਂ ਪਹਿਰਿਆਂ ਦੇ ਜ਼ਰੀਏ ਵੀ ਹਰ ਇੱਕ ਪਹਿਰ ਵਿੱਚ ਵੀ ਉਪਦੇਸ਼ ਦਿੱਤਾ
ਵੀ ਇਸ ਪਹਿਰ ਵਿੱਚ ਤੂੰ ਕੀ ਕਰਨਾ, ਇਸ ਪਹਿਰ ਵਿੱਚ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉੱਥੇ ਅੱਜ ਦੀ ਜੋ ਇਹ ਪਵਿੱਤਰ ਬਾਣੀ ਹੈ ਥਿੱਤੀ ਗੌੜੀ ਰਾਗ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੀ ਤੇ ਸਾਧ ਸੰਗਤ ਜੀ ਪਾਤਸ਼ਾਹ ਨੇ ਇੱਥੇ ਬਖਸ਼ਿਸ਼ ਕੀਤੀ। ਅਸੀਂ ਅੱਜ 13ਵੇਂ ਸ਼ਲੋਕ ਨੂੰ ਵਾਚਣਾ ਹੈ। ਸ਼ਲੋਕ ਦੇ ਨਾਲ ਪੌੜੀ ਵੀ ਹੈ। ਪਾਤਸ਼ਾਹ ਜੀ ਆਰੰਭਤਾ ਕਰਦੇ ਨੇ ਸ਼ਲੋਕ ਦੀ। ਹਜ਼ੂਰ ਕਹਿਣ ਲੱਗੇ, ਤੀਨ ਗੁਣਾ ਮੈਂ ਵਿਆਪਿਆ, ਪੂਰਨ ਹੋਤ ਨਾ ਕਾਮ, ਪਤਿਤ ਉਦਾਰਨ ਮਨ ਬਸੈ, ਨਾਨਕ ਛੋਟੈ ਨਾਮ। ਸਮਝਣ ਦਾ ਯਤਨ ਕਰਿਓ। ਹਜ਼ੂਰ ਕਹਿਣ ਲੱਗੇ, ਤੀਨ ਗੁਣਾ ਮੈਂ ਵਿਆਪਿਆ, ਪੂਰਨ ਹੋਤ ਨਾ ਕਾਮ। ਤੀਨ ਗੁਣਾ ਮੈਂ ਵਿਆਪਿਆ। ਜਿਹੜਾ ਇਹ ਜਗਤ ਹੈ, ਸੰਸਾਰ ਹੈ, ਤਿੰਨ ਗੁਣਾਂ ਦੀ ਗੱਲ ਕੀਤੀ। ਆਮ ਕਰਕੇ ਅਸੀਂ ਤਿੰਨ ਗੁਣ ਸੁਣੇ ਨੇ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਸਾਧ ਸੰਗਤ ਜੀ ਸਾਰਾ ਸੰਸਾਰ, ਹਰ ਇੱਕ ਜੀਵ, ਹਰ ਇੱਕ ਮਨੁੱਖ ਇਹਨਾਂ ਤਿੰਨ ਗੁਣਾਂ ਦੇ ਅੰਤਰਗਤ ਆਉਂਦਾ ਹੈ। ਕਿਸੇ ਵਿੱਚ ਰਜੋ ਦੀ ਪ੍ਰਧਾਨਤਾ ਹੁੰਦੀ ਹੈ, ਕਿਸੇ ਵਿੱਚ ਸਤੋ ਦੀ, ਕਿਸੇ ਵਿੱਚ ਤਮੋ ਦੀ ਪ੍ਰਧਾਨਤਾ ਹੁੰਦੀ ਹੈ। ਤੇ ਕਈਆਂ ਦੇ ਅੰਦਰ ਰਜੋ ਵੀ ਪ੍ਰਧਾਨ ਹੁੰਦਾ, ਤਮੋ ਵੀ ਪ੍ਰਧਾਨ ਹੁੰਦਾ, ਪਰ ਜਿਹੜਾ ਸਤੋ ਗੁਣ ਹੈ ਉਹ ਬਹੁਤ ਵਿਰਲਿਆਂ ਵਿੱਚ ਹੁੰਦਾ ਹੈ। ਰਜੋ, ਤਮੋ ਤੇ ਸਤੋ, ਇਹਨਾਂ ਤਿੰਨ ਗੁਣਾਂ ਵਿੱਚੋਂ ਸਤੋ ਗੁਣ ਪ੍ਰਧਾਨ ਮੰਨਿਆ ਗਿਆ ਹੈ। ਮੈਂ ਥੋੜ੍ਹਾ ਜਿਹਾ ਆਪ ਜੀ ਨੂੰ ਇਹਨਾਂ ਗੁਣਾਂ ਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਸਾਂਝੀ ਕਰਦੇ ਹਾਂ। ਰਜੋ, ਤਮੋ ਤੇ ਸਤੋ। ਰਜੋ ਗੁਣ ਉਹ ਹੁੰਦਾ ਹੈ, ਮੰਨ ਲਓ ਮਨੁੱਖ ਨੂੰ ਪਰਮਾਤਮਾ ਨੇ ਅਨੇਕਾਂ ਪਦਾਰਥ ਦਿੱਤੇ ਨੇ, ਦੁਨੀਆ ਦਾ ਸੁੱਖ ਬਖਸ਼ਿਸ਼ ਕੀਤਾ ਹੈ, ਉਹ ਐਸ਼ੋ ਆਰਾਮ ਦੀ ਜ਼ਿੰਦਗੀ ਬਸਰ ਕਰਦਾ ਹੈ। ਪਰ ਇਹਨਾਂ ਜੋ ਦਾਤਾਂ ਉਸ ਪਰਮਾਤਮਾ ਨੇ ਦਿੱਤੀਆਂ ਹੈ, ਉਸ ਵਾਹਿਗੁਰੂ ਨੇ ਪ੍ਰਦਾਨ ਕੀਤੀਆਂ ਨੇ, ਪਰ ਕਈ ਵਾਰ ਹੁੰਦਾ ਹੈ ਉਹਨਾਂ ਦਾਤਾਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਮਨੁੱਖ ਉਹਨਾਂ ਦਾਤਾਂ ਦਾ ਹੀ ਹੰਕਾਰ ਕਰ ਬੈਠਦਾ ਹੈ ਵੀ ਮੇਰੇ ਕੋਲ ਆ ਕੁਝ ਹੈ, ਆ ਮੇਰੇ ਕੋਲ ਹੈ। ਜਿੰਨੀ ਦੁਨੀਆ ਦੇ ਅੰਦਰ ਮੇਰੀ ਵਡਿਆਈ ਹੋ ਰਹੀ ਹੈ, ਜਿੰਨੀ ਧਨ ਦੌਲਤ ਮੇਰੇ ਕੋਲ ਹੈ, ਜਿੰਨਾ ਨਾਮ ਦੁਨੀਆ ਵਿੱਚ ਮੇਰਾ ਹੈ, ਉਹਨਾਂ ਨਾਮ ਕਿਸੇ ਹੋਰ ਦਾ ਨਹੀਂ। ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ, ਜੇ ਪਰਮਾਤਮਾ ਨੇ ਤੇਰਾ ਨਾਮ ਉੱਚਾ ਕੀਤਾ, ਤੈਨੂੰ ਸਮਾਜ ਵਿੱਚ ਵਡਿਆਈ ਬਖਸ਼ਿਸ਼ ਕੀਤੀ ਹੈ, ਮਾਨ ਸਨਮਾਨ ਦਿੱਤਾ ਹੈ, ਪਰ ਜਦੋਂ ਮਨੁੱਖ ਉਹਨਾਂ ਚੀਜ਼ਾਂ ਦਾ ਹੰਕਾਰ ਕਰ ਬੈਠਦਾ ਹੈ, ਸੱਚੇ ਪਾਤਸ਼ਾਹ ਕਹਿਣ ਲੱਗੇ ਯਾਦ ਰੱਖ, ਉਦੋਂ ਇਹ ਹੁੰਦਾ ਵੀ ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਸ ਪਰਮਾਤਮਾ ਨੇ ਤੈਨੂੰ ਦਾਤਾਂ ਦਿੱਤੀਆਂ ਨੇ, ਉਹ ਤੂੰ ਉਹਨੂੰ ਭੁਲਾ ਬੈਠਾ। ਤੇ ਸਾਧ ਸੰਗਤ ਜੀ ਸਤਿਗੁਰਾਂ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਦਿੱਤੇ ਥਾਵੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਜਿਸ ਥਾਂ ਤੋਂ ਤੈਨੂੰ ਮਿਲਿਆ ਉਹਦਾ ਤੈਨੂੰ ਕੋਈ ਚਿੱਤ ਚੇਤਾ ਨਹੀਂ, ਤੇ ਜੋ ਕੁਝ ਤੈਨੂੰ ਪ੍ਰਾਪਤ ਹੋਇਆ ਉਹਨੂੰ ਸਾਂਭ ਕੇ ਬੈਠਾ, ਤੇ ਹੁਣ ਆਖਦਾ ਮੇਰੇ ਵਰਗਾ ਇਸ ਦੁਨੀਆ ਦੇ ਅੰਦਰ ਹੋਰ ਦੂਜਾ ਹੈ ਹੀ ਕੋਈ ਨਹੀਂ। ਇਹ ਰਜੋ ਗੁਣ ਹੈ। ਹਜ਼ੂਰ ਕਹਿਣ ਲੱਗੇ ਇਹ ਵੀ ਜਦੋਂ ਪਦਾਰਥਾਂ ਦਾ ਬੰਦਾ ਮਾਣ ਕਰ ਬੈਠਦਾ ਹੈ, ਇਸ ਸਰਵਜ ਦਾ, ਆਪਣੀ ਮਾਨ ਵਡਿਆਈ ਦਾ, ਉਹ ਉਹਨੂੰ ਪਰਮਾਤਮਾ ਤੋਂ ਕੋਹਾਂ ਦੂਰ ਲੈ ਜਾਂਦੀ ਹੈ। ਕਿਉਂਕਿ ਹੰਕਾਰ, ਜਿਹੜੇ ਅਸੀਂ ਪੰਜ ਵਿਕਾਰਾਂ ਦੀ ਗੱਲ ਕਰਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਵਿੱਚੋਂ ਜਿਹੜਾ ਹੰਕਾਰ ਹੈ, ਹਉਮੈ ਹੈ, ਇਹ ਮੈਂ ਹੈ, ਇਹ ਮੇਰੀ ਹੈ। ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਚਨ ਕੀਤਾ ਹੈ। ਹਜ਼ੂਰ ਕਹਿਣ ਲੱਗੇ ਪਰਮਾਤਮਾ ਇਹਨਾਂ ਪੰਜਾਂ ਵਿਕਾਰਾਂ ਚੋਂ ਕਿਤੇ ਨਾ ਕਿਤੇ ਢਿੱਲ ਦੇ ਸਕਦਾ ਹੈ, ਪਰ ਜਿਹੜੀ ਜਿੱਥੇ ਹਉਮੈ ਦੀ ਗੱਲ ਆਏਗੀ, ਹੰਕਾਰ ਦੀ ਗੱਲ ਆਏਗੀ, ਉੱਥੇ ਪਰਮਾਤਮਾ ਕੋਈ ਢਿੱਲ ਨਹੀਂ ਦਿੰਦਾ। ਕਿਉਂਕਿ ਉਸ ਵਾਹਿਗੁਰੂ ਨੂੰ, ਉਸ ਪ੍ਰਭੂ ਨੂੰ ਹੰਕਾਰ ਬਿਲਕੁਲ ਵੀ ਭਾਉਂਦਾ ਨਹੀਂ, ਉਹਨੂੰ ਚੰਗਾ ਨਹੀਂ ਲੱਗਦਾ। ਅਸੀਂ ਬਚਨ ਪੜ੍ਹਦੇ ਹਾਂ, ਹਰ ਜੀਓ ਹੰਕਾਰ ਨਾ ਭਾਵਈ ਵੇਦ ਕੂਕ ਸੁਨਾਵ ਹੈ। ਉਸ ਪਰਮਾਤਮਾ ਨੂੰ ਹੰਕਾਰ ਬਿਲਕੁਲ ਨਹੀਂ ਪਾਉਂਦਾ। ਇਹ ਮੈਂ, ਮੇਰੀ, ਇਹ ਹਉਮੈ,
ਸੱਚ ਜਾਣਿਓ, ਅਸੀਂ ਜਦੋਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਪੜ੍ਹਦੇ ਹਾਂ, ਸਾਨੂੰ ਐਸੀਆਂ ਅਨੇਕਾਂ ਘਟਨਾਵਾਂ, ਐਸੀਆਂ ਅਨੇਕਾਂ ਸਾਖੀਆਂ ਮਿਲਦੀਆਂ ਨੇ ਜਿੱਥੇ ਪਰਮਾਤਮਾ ਦੀ ਬਖਸ਼ਿਸ਼ ਲੈਣ ਦੇ ਬਿਲਕੁਲ ਬੰਦਾ ਨਜ਼ਦੀਕ ਪਹੁੰਚ ਜਾਂਦਾ ਹੈ, ਪਰ ਜਦੋਂ ਮਨ ਵਿੱਚ ਮੈਂ ਆ ਜਾਂਦੀ ਹੈ, ਮੇਰੀ ਆ ਜਾਂਦੀ ਹੈ, ਸੱਚ ਜਾਣਿਓ ਪਰਮਾਤਮਾ ਤੋਂ ਬੰਦਾ ਫਿਰ ਕੋਹਾਂ ਦੂਰ ਹੋ ਜਾਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਤੇਰੇ ਜੀਵਨ ਦੇ ਅੰਦਰ ਮੈਂ ਨਾ ਹੋਵੇ, ਮੇਰੀ ਨਾ ਹੋਵੇ, ਤੇਰੇ ਜੀਵਨ ਦੇ ਅੰਦਰ ਹਮੇਸ਼ਾ ਤੂੰ ਤੇ ਤੇਰਾ ਹੀ ਹੋਵੇ। ਜਦੋਂ ਤੇਰੇ ਜੀਵਨ ਦੇ ਅੰਦਰ ਐਸੀ ਨਿਮਰਤਾ, ਇਹੋ ਜਿਹੇ ਸ਼ੁਭ ਗੁਣ ਆਉਣਗੇ, ਸੱਚ ਜਾਣੀ ਉਸ ਪਰਮਾਤਮਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣ ਲੱਗੀਆਂ ਤੈਨੂੰ ਪਲ ਦੀ ਵੀ ਦੇਰੀ ਨਹੀਂ ਲੱਗੇਗੀ। ਰੋਜੋ ਗੁਣ ਜਿਹੜਾ ਤਮੋ ਗੁਣ ਹੁੰਦਾ ਹੈ, ਤਮੋ ਗੁਣ ਜਿਸ ਵਿੱਚ ਬੰਦੇ ਅੰਦਰ ਅੱਤ ਦੀ ਜ਼ਿਆਦਾ ਤਮਾ ਹੁੰਦੀ ਹੈ, ਉਹ ਸਾਰੇ ਵਿਸ਼ੇ ਵਿਕਾਰਾਂ ਨੂੰ ਭੋਗਦਾ। ਉਹਦੇ ਵਿੱਚ ਕ੍ਰੋਧ ਵੀ ਅੱਤ ਦਾ ਜ਼ਿਆਦਾ ਹੁੰਦਾ, ਹੰਕਾਰ ਵੀ ਅੱਤ ਦਾ ਜ਼ਿਆਦਾ, ਵਿਸ਼ੇ ਵਿਕਾਰਾਂ ਨਾਲ ਭਰਿਆ ਹੁੰਦਾ, ਮਾੜੇ ਕਰਮ ਪਿਆ ਉਹ ਕਰਦਾ ਹੁੰਦਾ। ਹਜ਼ੂਰ ਕਹਿਣ ਲੱਗੇ ਦੁਨੀਆ ਵਿੱਚ ਤਮੋ ਗੁਣ ਵਾਲੇ ਵੀ ਬਹੁਤ ਨੇ ਤੇ ਰਜੋ ਗੁਣ ਵਾਲੇ ਵੀ ਬਹੁਤ ਨੇ, ਪਰ ਹਾਂ ਜਿਹੜਾ ਸਤੋ ਗੁਣ ਹੈ, ਸਾਧ ਸੰਗਤ ਜੀ, ਸਤੋ ਗੁਣ ਜਿਸ ਵਿੱਚ ਮਨੁੱਖ ਅੰਦਰ ਧੀਰਜ ਹੁੰਦਾ ਹੈ, ਉਹਦੇ ਅੰਦਰ ਟਿਕਾ ਹੁੰਦਾ ਹੈ, ਉਹਦੇ ਅੰਦਰ ਨਿਮਰਤਾ ਹੁੰਦੀ ਹੈ, ਉਹਦੇ ਅੰਦਰ ਇਹ ਸ਼ੁਭ ਗੁਣ ਹੁੰਦੇ ਨੇ, ਇਹ ਦੈਵੀ ਗੁਣ ਹੁੰਦੇ ਨੇ, ਉਹਦੇ ਅੰਦਰ ਦਇਆ ਹੁੰਦੀ ਹੈ, ਉਹਦੇ ਅੰਦਰ ਧਰਮ ਹੁੰਦਾ ਹੈ। ਤੇ ਸੱਚ ਜਾਣਿਓ ਸਤੋ ਗੁਣ ਵਾਲਿਆਂ ਦੀ ਗਿਣਤੀ ਬਹੁਤ ਥੋੜੀ ਹੁੰਦੀ ਹੈ, ਨਹੀਂ ਤੇ ਸਾਰਾ ਸੰਸਾਰ ਰਜੋ ਤੇ ਤਮੋ ਗੁਣ ਦੀ ਪ੍ਰਧਾਨਤਾ ਨਾਲ ਹੀ ਭਰਿਆ ਪਿਆ ਹੈ। ਪਰ ਹੈ ਹਰ ਇੱਕ ਬੰਦਾ ਕਿਸੇ ਨਾ ਕਿਸੇ ਵਿੱਚ ਰਜੋ ਤਮੋ ਸਤੋ, ਇਹਨਾਂ ਤਿੰਨ ਗੁਣਾਂ ਦਾ ਪ੍ਰਭਾਵ ਹਰ ਇੱਕ ਬੰਦੇ ਤੇ ਹੁੰਦਾ, ਕਿਸੇ ਤੇ ਥੋੜਾ ਹੈ, ਕਿਸੇ ਤੇ ਜ਼ਿਆਦਾ ਹੈ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਹਜ਼ੂਰ ਕਹਿਣ ਲੱਗੇ ਸਾਰਾ ਸੰਸਾਰ ਜਿਹੜਾ ਉਸ ਕਾਦਰ ਨੇ ਬਣਾਇਆ, ਉਸ ਵਾਹਿਗੁਰੂ ਨੇ ਸਿਰਜਣਾ ਕੀਤੀ, ਉਹ ਪਰਮਾਤਮਾ ਦੀ ਇਹ ਖੇਡ ਹੈ। ਉਹਨੇ ਇਹ ਮਾਇਆ ਐਸੀ ਰਚੀ ਹੈ ਕਿਉਂਕਿ ਉਸ ਪਰਮਾਤਮਾ ਨੇ ਖੇਡ ਹੀ ਐਸੀ ਰਚ ਦਿੱਤੀ ਕਿ ਇਹ ਜੀਵ ਤੈਨੂੰ ਇਹਨਾਂ ਤਿੰਨ ਗੁਣਾਂ ਵਿੱਚ ਪਾ ਦਿੱਤਾ ਹੈ। ਹੁਣ ਵੇਖ ਤੂੰ ਇਹਨਾਂ ਤਿੰਨ ਗੁਣਾਂ ਚੋਂ ਨਿਕਲ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜਨਾ ਹੈ, ਨਹੀਂ ਤੇ ਹਰ ਇੱਕ ਬੰਦਾ ਉਤੋਂ ਟੁੱਟਿਆ ਹੋਇਆ ਹੈ। ਅੱਗੇ ਸੱਚੇ ਪਾਤਸ਼ਾਹ ਆਖਦੇ ਨੇ, ਕਹਿਣ ਲੱਗੇ ਰਜੋ ਤਮੋ, ਜਦੋਂ ਮਨੁੱਖ ਵਿਸ਼ੇ ਵਿਕਾਰਾਂ ਨੂੰ ਭੋਗਦਾ ਹੋਇਆ ਇੰਨਾ ਕੁ ਪਤਿਤ ਹੋ ਜਾਂਦਾ ਹੈ ਕਿ ਹੁਣ ਉਹਦੇ ਜੀਵਨ ਦੇ ਅੰਦਰ ਉਹਨੂੰ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਸੱਚੇ ਪਾਤਸ਼ਾਹ ਕਹਿਣ ਲੱਗੇ ਜਿਸ ਮਨੁੱਖ ਨੇ ਜੀਵਨ ਅੰਦਰ ਵਿਸ਼ੇ ਵਿਕਾਰ ਕਮਾਏ ਨੇ, ਜਿਨਨੇ ਜੀਵਨ ਦੇ ਅੰਦਰ ਅੱਤ ਦੇ ਜ਼ਿਆਦਾ ਪਾਪ ਕੀਤੇ, ਮਾੜੇ ਕਰਮ ਕੀਤੇ ਨੇ, ਹਜ਼ੂਰ ਕਹਿਣ ਲੱਗੇ ਉਸ ਮਾਲਕ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਿਆ ਕਰ। ਅਰਦਾਸ ਕੀ ਕਰਨੀ ਉਸ ਮਾਲਕ ਦੇ ਚਰਨਾਂ ਵਿੱਚ? ਅਰਦਾਸ ਇਹ ਕਰਿਆ ਕਰ, ਸੱਚੇ ਪਾਤਸ਼ਾਹ ਮੇਰੇ ਵਰਗਾ ਪਾਪੀ ਹੋਰ ਕੋਈ ਨਹੀਂ, ਮੇਰੇ ਵਰਗਾ ਗੁਨਾਹ ਕਰਨ ਵਾਲਾ ਹੋਰ ਕੋਈ ਨਹੀਂ, ਜਿੰਨੇ ਅਵਗੁਣ ਮੇਰੇ ਅੰਦਰ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਖੜਾ ਹੋ ਕੇ ਗਲ ਵਿੱਚ ਪੱਲਾ ਪਾ ਕੇ ਇਹ ਆਖਿਆ ਕਰ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਤੇ ਹੱਥ ਜੋੜ ਕੇ ਕਹਿ ਕਰ, ਤਰਲਾ ਲਿਆ ਕਰ ਮਾਲਕ ਅੱਗੇ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਅਰਦਾਸ ਮਾਲਕ ਦੇ ਚਰਨਾਂ ਵਿੱਚ ਕਰਿਆ ਕਰ, ਦੁਲਭ ਦੇਹ ਪਾਈ ਵਡ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਮੈਂ ਇਹ ਮਨੁੱਖਾ ਸਰੀਰ ਲੈ ਕੇ ਦੁਨੀਆ ਤੇ ਆਇਆ ਹਾਂ, ਜਿਹੜਾ ਸਰੀਰ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਹੰਡਾਉਣ ਤੋਂ ਬਾਅਦ ਕਿੰਨੀ ਵਾਰ ਮੈਂ ਜਨਮ ਲਿਆ, ਕਿੰਨੀ ਵਾਰ ਮੈਂ ਮਰਿਆ ਹਾਂ, ਪਤਾ ਨਹੀਂ ਕਿੰਨੀ ਕੁ ਵਾਰ ਇਸ ਦੁਨੀਆ ਤੇ ਆਇਆ ਹਾਂ। ਤੂੰ ਤਰਸ ਕੀਤਾ
ਮੇਰੇ ਤੇ ਰਹਿਮਤ ਕੀਤੀ ਹੈ, ਮੈਨੂੰ ਇੱਕ ਮੌਕਾ ਦਿੱਤਾ ਹੈ ਇਹਨਾਂ 84 ਲੱਖ ਜੋਨ ਚੋਂ ਮੁਕਤ ਹੋਣ ਦਾ। ਦੁਰਲਭ ਦੇਹ ਪਾਈ ਵਡਭਾਗੀ, ਜਿਹੜਾ ਇਹ ਮਨੁੱਖਾ ਸਰੀਰ ਮਿਲਦਾ ਹੈ। ਸਰੀਰ ਹੋਰ ਵੀ ਬੜੇ ਨੇ, ਜਿੰਨੀਆਂ ਜੋਨਾਂ ਨੇ, ਅਨੇਕਾਂ ਪੰਛੀ ਨੇ, ਅਨੇਕਾਂ ਜੀਵ ਨੇ। ਜਲ ਵਿੱਚ ਰਹਿਣ ਵਾਲੇ ਜੀਵਾਂ ਦੀ ਬਹੁਤਾਤ ਹੈ, ਧਰਤੀ ਤੇ ਰਹਿਣ ਵਾਲੇ ਜੀਵਾਂ ਦੀ ਬਹੁਤਾਤ ਹੈ। ਐਸੇ ਵੀ ਜੀਵ ਨੇ ਜਿਹੜੇ ਨਾ ਜਲ ਵਿੱਚ ਰਹਿੰਦੇ ਨੇ, ਨਾ ਧਰਤੀ ਤੇ ਰਹਿੰਦੇ ਨੇ, ਆਕਾਸ਼ ਵਿੱਚ ਹੀ ਪੈਦਾ ਹੁੰਦੇ ਨੇ ਤੇ ਆਕਾਸ਼ ਵਿੱਚ ਹੀ ਮਰ ਖੱਪ ਜਾਂਦੇ ਨੇ। ਐਸੇ ਜੀਵ ਵੀ ਬਹੁਤ ਨੇ। ਸਰੀਰ ਤੇ ਉਹਨਾਂ ਨੇ ਵੀ ਲਿਆ, ਆਕਾਰ ਤੇ ਉਹਨਾਂ ਨੂੰ ਵੀ ਪ੍ਰਾਪਤ ਹੋਇਆ, ਪਰ ਯਾਦ ਰੱਖੋ ਪਰਮਾਤਮਾ ਨੇ ਇਸ 5 ਤੱਤਾਂ ਦੇ ਬਣੇ ਹੋਏ ਸਰੀਰ ਵਿੱਚ, ਇਸ ਮਨੁੱਖੀ ਸਰੀਰ ਵਿੱਚ ਮਾਲਕ ਨੇ ਇਹ ਬਖਸ਼ਿਸ਼ ਰਹਿਮਤ ਕੀਤੀ ਵੀ ਜੇ ਤੂੰ ਇਸ ਜਨਮ ਮਰਨ ਦੇ ਗੇੜ ਚੋਂ ਮੁਕਤ ਹੋਣਾ ਹੈ, ਤੈਨੂੰ ਇਸ ਮਨੁੱਖੀ ਸਰੀਰ ਵਿੱਚ ਆ ਕੇ ਉਸ ਮਾਲਕ ਦੀ ਬੰਦਗੀ ਕਰਨੀ ਪਏਗੀ। ਤਾਂ ਹੀ ਪਾਤਸ਼ਾਹ ਨੇ ਕਹਿ ਦਿੱਤਾ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਜ਼ੂਰ ਕਹਿਣ ਲੱਗੇ ਦੁਰਲਭ ਦੇਹ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਤੇ ਅੱਗੇ ਕਹਿ ਦਿੱਤਾ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਿਆ। ਹਜ਼ੂਰ ਕਹਿਣ ਲੱਗੇ ਸੱਚ ਜਾਣਿਓ, ਇੰਜ ਜਾਪਦਾ ਵੀ ਫਿਰ ਤੇਰਾ ਦੁਨੀਆ ਤੇ ਆਉਣ ਦਾ ਲਾਭ ਹੀ ਕੀ ਹੋਇਆ? ਫਿਰ ਦੁਨੀਆ ਤੇ ਆ ਕੇ ਤੂੰ ਖੱਟਿਆ ਕੀ ਹੈ? ਸਰੀਰ ਲੈ ਕੇ ਆ ਗਿਆ, ਚਲੇ ਤੇ ਜਾਣਾ ਹੈ। ਜਿਹੜਾ ਦੁਨੀਆ ਤੇ ਸਰੀਰ ਧਾਰਨ ਕਰਕੇ ਆ ਗਿਆ, ਸੱਚ ਜਾਣੋ ਅੱਜ ਨਹੀਂ ਤੇ ਕੱਲ ਉਹਨੂੰ ਦੁਨੀਆ ਤੋਂ ਜਾਣਾ ਹੀ ਪੈਣਾ। ਕੋਈ ਸਾਡੇ ਨਾਲ ਦੇ ਸਾਡੇ ਤੋਂ ਪਹਿਲਾਂ ਚਲੇ ਜਾਣਗੇ, ਕੋਈ ਸਾਡੇ ਤੋਂ ਬਾਅਦ ਚਲੇ ਜਾਣਗੇ। ਜਾਣਾ ਹਰ ਇੱਕ ਨੇ ਹੈ, ਪਰ ਯਤਨ ਹਰ ਇੱਕ ਨੂੰ ਇਹ ਜੀਵਨ ਵਿੱਚ ਕਰਨਾ ਚਾਹੀਦਾ ਹੈ। ਕਦੀ ਵੀ ਕੱਲ ਤੇ ਗੱਲ ਨਾ ਛੱਡੀਏ ਵੀ ਅਸੀਂ ਕੱਲ ਕਰ ਲਵਾਂਗੇ, ਕਿਉਂਕਿ ਕੱਲ ਬੰਦੇ ਦੀ ਕਦੀ ਵੀ ਨਹੀਂ ਆਉਂਦੀ, ਕਦੀ ਨਹੀਂ ਆਉਂਦੀ। ਨਾ ਕੱਲ ਕਿਸੇ ਨੇ ਵੇਖੀ ਹੈ। ਸੱਚ ਜਾਣਿਓ, ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਮੈਂ ਕੱਲ ਦੀ ਗੱਲ ਨਹੀਂ ਕਰਦਾ ਵੀ ਕੱਲ ਬੰਦਗੀ ਕਰਾਂਗੇ, ਕੱਲ ਪਰਮਾਤਮਾ ਦੇ ਨਾਮ ਨੂੰ ਜਪਣਾ, ਕੱਲ ਉਹਦੀ ਸਿਫਤ ਸਲਾਹ ਵਿੱਚ ਜੁੜਨਾ। ਮੈਨੂੰ ਇੰਨਾ ਕੁ ਪਤਾ ਹੈ ਵੀ ਜਿਹੜਾ ਸਵਾਸ ਮੈਂ ਲੈ ਰਿਹਾ ਹਾਂ, ਬਸ ਇਹ ਸਵਾਸ, ਅਗਲਾ ਸਵਾਸ ਮੈਨੂੰ ਵੀ ਨਹੀਂ ਪਤਾ ਵੀ ਆਉਣਾ ਹੈ ਕਿ ਨਹੀਂ ਆਉਣਾ। ਫਿਰ ਕੱਲ ਦੀ ਗੱਲ ਤੇ ਬੜੀ ਦੂਰ ਦੀ ਹੈ। ਹਜ਼ੂਰ ਦੇ ਬਚਨ ਆਖਿਆ ਸੀ ਨਾ, ਪਾਤਸ਼ਾਹ ਨੇ ਕੀਤਾ ਬਚਨ, ਕਹਿਣ ਲੱਗੇ ਹਮ ਆਦਮੀ ਹਾਂ ਇੱਕ ਦਮੀ, ਮੁਹਲਤ ਮੋਹਤ ਨਾ ਜਾਣਾ। ਇੱਕ ਸਵਾਸ ਹੈ, ਬੰਦੇ ਦੀ ਖੇਡ ਕਿੰਨੀ ਕੁ ਹੈ, ਪਲ ਨਹੀਂ ਲੱਗਦਾ। ਇਹ ਮਨੁੱਖ 5 ਤੱਤਾਂ ਦਾ ਬਣਿਆ ਹੋਇਆ ਇਹ ਸਰੀਰ, ਜਿਹਨੂੰ ਬੰਦਾ ਅੱਤ ਦਾ ਜ਼ਿਆਦਾ ਪ੍ਰੇਮ ਕਰਦਾ, ਪਿਆਰ ਕਰਦਾ, ਇਸ ਸਰੀਰ ਨੂੰ ਸਾਂਭ ਕੇ ਰੱਖਦਾ। ਪਰ ਸਾਧ ਸੰਗਤ ਜੀ, ਸਭ ਦੇ ਵੇਖਦਿਆਂ ਵੇਖਦਿਆਂ ਪਲ ਦੇ ਅੰਦਰ ਹੀ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਜੀਵ ਕੱਲ ਤੇ ਨਾ ਗੱਲ ਛੱਡ, ਕੱਲ ਕਦੀ ਵੀ ਕਿਸੇ ਦੀ ਨਹੀਂ ਆਈ। ਹਜ਼ੂਰ ਕਹਿਣ ਲੱਗੇ ਇਸ ਕਰਕੇ ਯਤਨ ਕਰਿਆ ਕਰ, ਜਿੰਨੇ ਕੁ ਸਵਾਸ ਤੈਨੂੰ ਮਿਲੇ ਨੇ, ਮਾੜੇ ਕਰਮਾਂ ਵਿੱਚ ਨਹੀਂ, ਪਾਪ ਕਰਕੇ, ਕਿਸੇ ਦਾ ਮਾੜਾ ਕਰਕੇ, ਵਿਸ਼ੇ ਵਿਕਾਰਾਂ ਨੂੰ ਭੋਗ ਕੇ ਆਪਣੀ ਇਸ ਜ਼ਿੰਦਗੀ ਨੂੰ ਅਜਾਈ ਨਾ ਗਵਾ। ਧਰਮ ਦੇ ਲੇਖੇ ਲਾ, ਗੁਰੂ ਦੇ ਲੇਖੇ ਲਾ। ਜਿੰਨੇ ਸਵਾਸ ਮਿਲੇ ਨੇ, ਬਾਣੀ ਪੜ੍ਹ, ਬੰਦਗੀ ਕਰ, ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ। ਕਿਉਂਕਿ ਜੇ ਤੂੰ ਅਵਗੁਣ ਕੀਤੇ ਨੇ, ਇਹ ਯਾਦ ਰੱਖ, ਅਵਗੁਣ ਕਮਾਏ ਨੇ, ਗੁਨਾਹ ਕੀਤੇ ਨੇ, ਜੇ ਤੇਰਾ ਭਲਾ ਹੋਣਾ ਤੇ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਕਰਕੇ ਹੀ ਤੇਰਾ ਖਹਿੜਾ ਛੁੱਟਣਾ। ਹੋਰ ਕੋਈ ਜੁਗਤ ਨਹੀਂ, ਹੋਰ ਕੋਈ ਤਰੀਕਾ ਨਹੀਂ। ਮਨੁੱਖ ਪਾਪ ਬੜੇ ਕਮਾਉਂਦਾ ਹੈ, ਬਹੁਤ ਗੁਨਾਹ ਕਰਦਾ ਹੈ। ਸਾਧ ਸੰਗਤ ਵੇਖੋ, ਮਨੁੱਖ ਅਸੀਂ ਆਖਦੇ ਇਹ ਭੁੱਲਣਹਾਰ ਜੀਵ ਹੈ।
ਇਹ ਗਲਤੀਆਂ ਕਰਦਾ ਹੈ, ਭੁੱਲ ਜਾਂਦਾ ਹੈ। ਇੱਕ ਵਾਰ ਨਹੀਂ ਭੁੱਲਦਾ, ਇਹ ਬਾਰ-ਬਾਰ ਭੁੱਲਦਾ ਹੈ। ਅੱਜ ਮੈਂ ਗਲਤੀ ਕੀਤੀ, ਮੈਂ ਕਹਿ ਦਿੱਤਾ ਪਾਤਸ਼ਾਹ ਮੈਂ ਭੁੱਲ ਗਿਆ, ਮੈਨੂੰ ਬਖਸ਼ ਲਓ, ਮੈਨੂੰ ਖਿਮਾ ਕਰ ਦਿਓ। ਦੂਸਰੇ ਦਿਨ ਹੀ ਮੈਂ ਫਿਰ ਗੁਨਾਹ ਕਰਦਾ ਹਾਂ, ਮੈਂ ਫਿਰ ਪਾਪ ਕਮਾਉਣਾ ਹਾਂ। ਫਿਰ ਮੈਂ ਆਖਦਾ ਸੱਚੇ ਪਾਤਸ਼ਾਹ ਮੈਂ ਭੁੱਲਣਹਾਰ ਹਾਂ, ਮੈਨੂੰ ਬਖਸ਼ ਦਿਓ। ਪਰ ਯਾਦ ਰੱਖਿਓ, ਸਤਿਗੁਰੂ ਜੀ ਬਖਸ਼ਣਹਾਰ ਨੇ। ਸਾਡੇ ਸਤਿਗੁਰੂ ਜੀ ਬੜੇ ਦਇਆਲੂ ਨੇ, ਬੜੀ ਛੇਤੀ ਤਰਸ ਖਾਂਦੇ ਨੇ ਸਾਡੇ ਵਰਗੇ ਜੀਵਾਂ ਤੇ। ਪਰ ਉਦੋਂ ਖਾਂਦੇ ਨੇ ਜਦੋਂ ਬੰਦਾ ਭੁੱਲਦਾ, ਗਲਤੀ ਕਰਦਾ ਤੇ ਆਪਣੀ ਗਲਤੀ ਤੇ ਪਛਤਾਉਂਦਾ ਹੈ। ਪਰ ਜਦੋਂ ਭੁੱਲਣਾ ਸਾਡੀ ਆਦਤ ਬਣ ਜਾਏ, ਉਦੋਂ ਬਖਸ਼ਿਸ਼ ਨਹੀਂ ਹੁੰਦੀ, ਉਦੋਂ ਖਿਮਾ ਨਹੀਂ ਮਿਲਦੀ। ਬੰਦਾ ਇੱਕ ਵਾਰ ਭੁੱਲ ਸਕਦਾ, 2 ਵਾਰ ਭੁੱਲ ਸਕਦਾ, ਪਰ ਜਦੋਂ ਬਾਰ-ਬਾਰ ਗਲਤੀਆਂ ਕਰੀ ਜਾਂਦਾ, ਪਾਪ ਕਮਾਈ ਜਾਂਦਾ, ਸੱਚ ਜਾਣਿਓ ਫਿਰ ਨਹੀਂ। ਇਸ ਕਰਕੇ ਮਾਲਕ ਦੇ ਚਰਨਾਂ ਵਿੱਚ ਅਸੀਂ ਇਹ ਅਰਦਾਸ ਕਰੀਏ, ਪਾਤਸ਼ਾਹ ਅਸੀਂ ਪਾਪੀ ਹਾਂ, ਅੱਤ ਦੇ ਜ਼ਿਆਦਾ ਪਾਪ ਕਮਾਏ ਨੇ, ਤੇਰੇ ਨਾਮ ਨੇ ਹੀ ਸਾਡੇ ਜੀਵਨ ਦਾ ਉਧਾਰ ਕਰਨਾ ਹੈ। ਜਿਵੇਂ ਭਗਤ ਸਾਹਿਬ ਜੀ ਆਖਦੇ ਨੇ, ਦੇਵਾ ਪਾਹਣ ਤਾਰੀਏ ਲੈ, ਜੇ ਪੱਥਰਾਂ ਤੇ ਤੇਰਾ ਨਾਮ ਲਿਖਿਆ ਗਿਆ, ਤੂੰ ਉਹਨਾਂ ਪੱਥਰਾਂ ਨੂੰ ਸਮੁੰਦਰ ਵਿੱਚ ਤੈਰਨ ਲਾ ਦਿੱਤਾ, ਉਹ ਸਮੁੰਦਰ ਵਿੱਚ ਤੈਰਦੇ ਰਹੇ। ਤੇ ਜੇ ਅਸੀਂ ਤੇਰੇ ਨਾਮ ਨੂੰ ਜਪਾਂਗੇ, ਤੇਰੀ ਬੰਦਗੀ ਕਰਾਂਗੇ, ਤੇਰੇ ਨਾਮ ਵਿੱਚ ਸਮਰੱਥਾ ਹੈ। ਜੇ ਅਸੀਂ ਤੇਰਾ ਨਾਮ ਆਪਣੇ ਹਿਰਦੇ ਵਿੱਚ ਲਿਖ ਲਿਆ ਨਾ, ਇੰਨਾ ਕੋਈ ਯਕੀਨ ਹੈ ਅਸੀਂ ਇਸ ਭਵ ਸਾਗਰ ਚੋਂ ਤਰ ਜਾਵਾਂਗੇ। ਦੇਵਾ ਪਾਹਣ ਤਾਰੀਏ ਲੈ, ਰਾਮ ਕਹਿਤ ਜਨ ਕਸ ਨਾ ਤਰੇ। ਫਿਰ ਅਸੀਂ ਕਿਉਂ ਨਾ ਤਰਾਂਗੇ? ਜੇ ਅਸੀਂ ਸੱਚੇ ਪਾਤਸ਼ਾਹ ਲਈ ਬਚਨ ਪੜ੍ਹਦੇ ਹਾਂ, ਪਤਿਤ ਪਾਵਨ ਪ੍ਰਭ ਤੇਰੋ ਨਾਉ। ਪਤੇ ਭਗਤ ਸਾਹਿਬਾਨਾਂ ਨੇ ਇੰਨੇ ਕੁ ਪਿਆਰ ਵਿੱਚ ਇਹ ਬਚਨ ਕਹਿ ਦਿੱਤੇ। ਕਹਿਣ ਲੱਗੇ, ਐ ਸੱਚੇ ਪਾਤਸ਼ਾਹ, ਜੋ ਹਮ ਪੈ ਪਾਪ ਨਾ ਕਰਨ ਤਾ, ਜੇ ਅਸੀਂ ਪਾਪ ਨਾ ਕਰਦੇ, ਮਾੜੇ ਕਰਮ ਨਾ ਕਰਦੇ, ਤੇ ਤੇਰੇ ਵਰਗੀ ਬਾਣ ਤੁਹਾਡਾ ਜੋ ਬਿਰਧ ਹੈ, ਤੁਸੀਂ ਸਾਡੇ ਵਰਗੇ ਪਤਿਤਾਂ ਨੂੰ ਪਵਿੱਤਰ ਕਰਨ ਵਾਲੇ ਹੋ। ਬਾਣੀ ਵਿੱਚ ਐਸੇ ਅਨੇਕਾਂ ਬਚਨ ਪਾਤਸ਼ਾਹ ਨੇ ਆਖੇ ਜੋ ਸਾਡੇ ਜੀਵਨ 'ਚ ਇੱਕ ਹੁਲਾਰਾ ਦਿੰਦੇ ਨੇ, ਸਾਡੇ ਜੀਵਨ ਨੂੰ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਰੂਹਾਨੀਅਤ ਦੇ ਸਿਖਰ ਵੱਲ ਲੈ ਕੇ ਜਾਂਦੇ ਨੇ। ਅਸੀਂ ਬਚਨ ਪੜ੍ਹਦੇ ਹਾਂ ਕਿ ਮਾਧੋ ਹਮ ਐਸੇ ਤੂੰ ਐਸਾ, ਅਸੀਂ ਕਿਹੋ ਜਿਹੇ, ਤੁਸੀਂ ਕਿਹੋ ਜਿਹੇ ਹੋ। ਅਸੀਂ ਅੱਤ ਦੇ ਜ਼ਿਆਦਾ ਪਾਪੀ, ਮਾੜੇ ਕਰਮ ਕਮਾਉਣ ਵਾਲੇ, ਤੇ ਤੁਸੀਂ ਸੱਚੇ ਪਾਤਸ਼ਾਹ ਸਾਡੇ ਵਰਗੇ ਪਾਪੀਆਂ ਦਾ ਉਧਾਰ ਕਰਨ ਵਾਲੇ ਹੋ। ਸਾਡੇ ਵਰਗੇ ਅਵਗੁਣਾਂ ਦੇ ਭਰੇ ਹੋਇਆਂ ਨੂੰ ਗੁਣਾਂ ਵਾਲੇ ਕਰਨ ਵਾਲੇ ਹੋ। ਐ ਸੱਚੇ ਪਾਤਸ਼ਾਹ ਜੀ ਸਾਡੇ ਤੇ ਇਹ ਬਖਸ਼ਿਸ਼ ਰਹਿਮਤ ਬਣਾ ਕੇ ਰੱਖਿਓ। ਪਾਤਸ਼ਾਹ ਜੀ ਕਹਿ ਰਹੇ ਨੇ, ਪਤਿਤ ਉਧਾਰਨ ਮਨ ਬਸੈ, ਨਾਨਕ ਛੂਟੈ ਨਾਮ। ਉਹ ਪਰਮਾਤਮਾ ਜਿਹੜਾ ਪਤਿਤਾਂ ਦਾ ਉਧਾਰ ਕਰਨ ਵਾਲਾ ਹੈ, ਜਦੋਂ ਉਹਦਾ ਨਾਮ ਸਾਡੇ ਹਿਰਦੇ ਵਿੱਚ ਵਸ ਜਾਏਗਾ, ਜਦੋਂ ਉਹਦਾ ਨਾਮ ਅਸੀਂ ਇਸ ਰਸਨਾ ਤੋਂ ਜਪਾਂਗੇ, ਜਦੋਂ ਸਾਡਾ ਇਹ ਜੀਵਨ ਬਣ ਜਾਏਗਾ ਵੀ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਜਦੋਂ ਹਰ ਪਲ ਤੈਨੂੰ ਉਸ ਪਰਮਾਤਮਾ ਦੇ ਨਾਮ ਦੀ ਯਾਦ ਆਏਗੀ, ਉਹਦੇ ਸਿਮਰਨ ਵਿੱਚ ਜੁੜੇਗਾ। ਹਜ਼ੂਰ ਕਹਿਣ ਲੱਗੇ, ਜਦੋਂ ਤੇਰੇ ਹਿਰਦੇ ਵਿੱਚ ਨਾਮ ਵਸ ਗਿਆ ਨਾ, ਸੱਚ ਜਾਣੀ ਜਨਮ ਜਨਮਾਂਤਰਾਂ ਦੀ ਮੈਲ ਮਾਲਕ ਧੋ ਕੇ ਰੱਖ ਦੇਗਾ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਜਦੋਂ ਹਿਰਦੇ ਵਿੱਚ ਉਹਦਾ ਨਾਮ ਵਸ ਗਿਆ, ਪਤਿਤ ਉਧਾਰਨ ਮਨ ਬਸੈ, ਨਾਨਕ ਛੂਟੈ ਨਾਮ। ਇਸ ਵਿਸ਼ੇ ਵਿਕਾਰਾਂ ਤੋਂ ਉਦੋਂ ਹੀ ਬੰਦਾ ਛੁੱਟ ਸਕਦਾ ਹੈ, ਜਨਮ ਮਰਨ ਦੇ ਗੇੜ ਚੋਂ ਉਦੋਂ ਹੀ ਮੁਕਤ ਹੋ ਸਕਦਾ ਹੈ, ਜਦੋਂ ਉਸ ਵਾਹਿਗੁਰੂ ਦਾ ਨਾਮ ਇਸ ਹਿਰਦੇ ਵਿੱਚ ਵਸ ਜਾਏ। ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼, ਇਹ ਰਹਿਮਤ ਕੀਤੀ। ਤੇ ਸੱਚ ਹੈ, ਨਾਮ ਤੋਂ ਬਗੈਰ
ਹੋਰ ਇਸ ਜੀਵਨ ਨੂੰ ਉਜਵਲ ਨਿਰਮਲ ਕਰਨ ਵਾਲਾ ਨਹੀਂ। ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਰੋਜ਼ ਪੜ੍ਹਦੇ ਹਾਂ। ਰੋਜ਼ ਸਤਿਗੁਰੂ ਸਾਨੂੰ ਇਹ ਗੱਲ ਬਾਰ-ਬਾਰ ਚੇਤੇ ਕਰਵਾਉਂਦੇ ਨੇ। ਅਸੀਂ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਹਾਂ। ਹਰ ਇੱਕ ਬੰਦਾ ਪਾਠ ਕਰਦਾ ਹੈ, ਸੁਣਦਾ ਹੈ। ਅਸੀਂ ਬਚਨ ਇਹ ਸੁਣਦੇ ਹਾਂ ਕਿ ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਤੇ ਅੱਗੇ ਬਚਨ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕਰਨ। ਹਜ਼ੂਰ ਕਹਿਣ ਲੱਗੇ ਤੇਰੇ ਹੱਥ ਪੈਰ, ਤੇਰੇ ਸਰੀਰ ਦੇ ਅੰਗ ਜੇ ਮਿੱਟੀ ਦੇ ਨਾਲ ਲਿਬੜ ਜਾਣ, ਤੂੰ ਪਾਣੀ ਦੇ ਨਾਲ ਧੋ ਸਕਦਾ ਹੈ। ਤੇਰੇ ਕੱਪੜੇ ਮੈਲੇ ਹੋ ਜਾਣ, ਤੂੰ ਸਾਬੁਣ ਦੇ ਨਾਲ ਇਹਨਾਂ ਕੱਪੜਿਆਂ ਦੀ ਮੈਲ ਉਤਾਰ ਸਕਦਾ ਹੈ। ਪਰ ਯਾਦ ਰੱਖ, ਦੁਨੀਆ ਵਿੱਚ ਐਸਾ ਕੋਈ ਪਾਣੀ ਨਹੀਂ, ਐਸਾ ਕੋਈ ਸਾਬਣ ਨਹੀਂ ਜੋ ਤੇਰੇ ਇਸ ਮਨ ਦੀ ਪਾਪਾਂ ਦੀ ਵਿਸ਼ੇ ਵਿਕਾਰਾਂ ਦੀ ਲੱਗੀ ਹੋਈ ਮੈਲ ਨੂੰ ਧੋ ਸਕੇ। ਜੇ ਇਸ ਮਨ ਦੀ ਮੈਲ ਨੂੰ ਧੋਣਾ ਹੈ, ਆਪਣੇ ਆਪ ਨੂੰ ਨਿਰਮਲ ਤੇ ਸਵੱਛ ਬਣਾਉਣਾ ਹੈ, ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਨਾਮ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕਰਨ। ਉਹ ਪਰਮਾਤਮਾ ਦੇ ਨਾਮ ਦੇ ਨਾਲ ਹੀ ਮੈਲ ਉਤਰੇਗੀ, ਹੋਰ ਕੋਈ ਯਤਨ ਨਹੀਂ। ਸੱਚੇ ਪਾਤਸ਼ਾਹ ਜੀ ਆਖਦੇ ਨੇ, ਇਸ ਕਰਕੇ ਜੀਵ ਉਸ ਪਤਿਤ ਉਦਾਹਰਨ, ਉਸ ਪਰਮਾਤਮਾ ਦੇ ਨਾਮ ਦੀ ਸਿਫਤ, ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰਿਆ ਕਰ। ਸਾਧ ਸੰਗਤ ਜੀ ਦੇਖੋ, ਜਿੰਨੇ ਅਸੀਂ ਜੀਵ ਪਰਮਾਤਮਾ ਕੋਲੋਂ ਸਵਾਸਾਂ ਦੀ ਇਹ ਪੂੰਜੀ ਲੈ ਕੇ ਆਏ ਹਾਂ, ਅਸੀਂ ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜਦੋਂ ਜੁੜਨਾ ਹੈ, ਜਦੋਂ ਉਹਦੀ ਵਡਿਆਈ, ਉਹਦੇ ਗੁਣਾਂ ਨੂੰ ਗਾਉਣਾ ਹੈ, ਸਤਿਗੁਰਾਂ ਨੇ ਇੱਕ ਜੁਗਤ ਦਰਸਾਈ ਬੜੀ ਪਿਆਰੀ। ਹਜ਼ੂਰ ਆਖਦੇ ਨੇ, ਕੁਝ ਉਦਾਹਰਨਾਂ ਦਿੱਤੀਆਂ ਸੱਚੇ ਪਾਤਸ਼ਾਹ ਨੇ ਕਿ ਜਿਹੜਾ ਜੀਵ ਉਸ ਵਾਹਿਗੁਰੂ ਨਾਲ ਟੁੱਟਿਆ ਹੋਇਆ, ਤੂੰ ਉਸ ਪਰਮਾਤਮਾ ਨਾਲ ਤੇਰੀ ਕਿਵੇਂ ਬਣ ਆਏ, ਤੂੰ ਕਿਵੇਂ ਉਸ ਪਰਮਾਤਮਾ ਦੇ ਨਾਲ ਜੁੜ ਸਕੇ, ਕਿਵੇਂ ਤੇਰੀ ਗੰਢ ਪੱਕੀ ਹੋਵੇ। ਅਸੀਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ। ਹਜ਼ੂਰ ਕਹਿਣ ਲੱਗੇ, ਇੱਕ ਧਾਤ ਹੁੰਦੀ ਹੈ ਕਹਿ, ਜਿਹਨੂੰ ਆਮ ਕਰਕੇ ਪਿੰਡਾਂ ਵਿੱਚ ਕਹਿਣ ਦੇ ਭਾਂਡੇ ਆਮ ਕਰਕੇ ਵਰਤੇ ਜਾਂਦੇ ਸਨ। ਹਜ਼ੂਰ ਨੇ ਬਚਨ ਕੀਤਾ, ਕਹਿਹਾ ਕੰਚਨ ਟੁੱਟੈ ਸਾਰ। ਕਹਿਹਾਂ ਦਾ ਕੋਈ ਭਾਂਡਾ ਹੋਵੇ, ਲੋਹੇ ਦੀ ਕੋਈ ਵਸਤੂ ਹੋਵੇ, ਸੋਨੇ ਦਾ ਕੋਈ ਅਪੋਖਣ ਹੋਏ, ਮੰਨ ਲਓ ਸੋਨੇ ਦਾ ਕੋਈ ਅਪੋਖਣ ਟੁੱਟ ਜਾਂਦਾ ਹੈ, ਅਸੀਂ ਉਹਨੂੰ ਘਰੋਂ ਬਾਹਰ ਤੇ ਨਹੀਂ ਸੁੱਟਦੇ, ਅਸੀਂ ਉਹ ਸੋਨੇ ਦੇ ਗਹਿਣੇ ਨੂੰ ਸੁਨਿਆਰੇ ਕੋਲ ਲੈ ਕੇ ਜਾਂਦੇ ਹਾਂ। ਉਹਨੂੰ ਆਖਦੇ ਆ ਵੀ ਟੁੱਟ ਗਿਆ, ਉਹ ਆਖਦਾ ਕੋਈ ਗੱਲ ਨੂੰ ਜੋੜ ਦਿਆਂਗੇ, ਪਰ ਜੁੜੇਗਾ ਤਾਂ ਥੋੜ੍ਹਾ ਜਿਹਾ ਟਾਂਕਾ ਲਾਉਣਾ ਪਏਗਾ। ਉਹ ਅੱਗ ਬਾਲਦਾ ਹੈ, ਅੱਗ ਬਾਲ ਕੇ ਉਹ ਸੋਨੇ ਦੇ ਗਹਿਣੇ ਜੋ ਟੁੱਟਿਆ ਹੁੰਦਾ ਹੈ ਉਹਨੂੰ ਜੋੜ ਦਿੰਦਾ ਹੈ। ਚਾਹੇ ਕੋਈ ਲੋਹੇ ਦੀ ਵਸਤੂ ਹੋਏ, ਉਹ ਵੀ ਤਾਂ ਜੁੜੇਗੀ, ਲੋਹਾਰ ਅੱਗ ਬਾਲ ਕੇ ਉਹਨੂੰ ਟੁੱਟੀ ਹੋਈ ਚੀਜ਼ ਨੂੰ ਦੁਬਾਰਾ ਜੋੜ ਦਿੰਦਾ ਹੈ। ਹਜ਼ੂਰ ਨੇ ਉੱਤੇ ਬਚਨ ਕੀਤਾ, ਕਹਿਣ ਲੱਗੇ, ਕਹਿਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਤੇ ਅੱਗੇ ਬਚਨ ਕਰਦੇ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਇੱਕ ਪਤੀ ਅਤੇ ਪਤਨੀ ਰੱਬ ਨਾ ਕਰੇ ਉਹਨਾਂ ਦੇ ਰਿਸ਼ਤੇ ਵਿੱਚ, ਕਹਿਣ ਲੱਗੇ ਜੇ ਕਿਤੇ ਥੋੜਾ ਜਿਹਾ ਫਰਕ ਪੈ ਰਿਹਾ ਹੁੰਦਾ ਹੈ, ਥੋੜੀ ਜੀ ਅਣਬਣ ਉਹਨਾਂ ਦੋਹਾਂ ਵਿਚਕਾਰ ਬਣਦੀ ਏ, ਕਹਿਣ ਲੱਗੇ ਉਹਨਾਂ ਦਾ ਪੁੱਤਰ, ਉਹਨਾਂ ਦੀ ਸੰਤਾਨ ਆਪਣੇ ਮਾਤਾ ਅਤੇ ਪਿਤਾ ਦੇ ਵਿੱਚ, ਕਹਿਣ ਲੱਗੇ ਗੰਢ ਪਾ ਦਿੰਦੇ, ਉਹਨਾਂ ਰਿਸ਼ਤੇ ਨੂੰ ਜੋੜ ਦਿੰਦਾ ਹੈ। ਗੋਰੀ ਸੇਤੀ, ਇੱਥੇ ਗੋਰੀ ਦਾ ਅਰਥ ਇਸਤਰੀ ਹੈ, ਪਤਨੀ ਹੈ, ਪਤਾਰ ਦਾ ਅਰਥ ਪਤੀ ਹੈ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਤੇ ਅੱਗੇ ਜਾ ਕੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ
ਕਹਿਣ ਲੱਗੇ ਲੋਹੇ ਸੋਨੇ ਦੀ ਧਾਤ ਦੀ ਕੋਈ ਹੋਈ ਚੀਜ਼ ਦੁਬਾਰਾ ਟੁੱਟ ਜਾਂਦੀ ਹੈ। ਪਤੀ ਅਤੇ ਪਤਨੀ ਦੇ ਰਿਸ਼ਤੇ ਨੂੰ ਉਹਨਾਂ ਦਾ ਪੁੱਤਰ ਉਹਨਾਂ ਦੀ ਸੰਤਾਨ ਦੁਆਰਾ ਜੋੜ ਸਕਦੇ ਨੇ। ਕਹਿਣ ਲੱਗੇ ਪਰ ਯਾਦ ਰੱਖੋ ਜੀਵ, ਇਹ ਮਨੁੱਖ, ਇਹ ਬੰਦਿਆ, ਜੇ ਤੂੰ ਪਰਮਾਤਮਾ ਨਾਲ ਟੁੱਟਾ ਪਿਆ ਹੈ, ਕਹਿਣ ਲੱਗੇ ਤੂੰ ਦੁਬਾਰਾ ਕਿਵੇਂ ਜੁੜੇਗਾ, ਤੇਰੀ ਗੰਢ ਕਿਵੇਂ ਪਏਗੀ ਦੁਬਾਰਾ। ਉੱਤੇ ਸੱਚੇ ਪਾਤਸ਼ਾਹ ਨੇ ਸਾਨੂੰ ਜੋਗਤ ਦਿੱਤੀ। ਹਜ਼ੂਰ ਕਹਿਣ ਲੱਗੇ ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਪਰਮਾਤਮਾ ਦੀ ਸਿਫਤ, ਉਸ ਵਾਹਿਗੁਰੂ ਦੀ ਜਿੰਨੀ ਵਡਿਆਈ ਕਰਾਂਗੇ, ਸੱਚ ਜਾਣਿਓ ਪਰਮਾਤਮਾ ਦੀ ਕੀਤੀ ਹੋਈ ਸਿਫਤ, ਉਹਦੇ ਗਾਏ ਹੋਏ ਗੁਣ ਸਾਨੂੰ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਕਰਵਾ ਦੇਣਗੇ। ਸਾਡੀ ਪਰਮਾਤਮਾ ਦੀ ਦਰਗਾਹ ਵਿੱਚ ਬਣ ਆਏਗੀ ਜੇ ਅਸੀਂ ਉਹਦੀ ਸਿਫਤ ਸਲਾਹ ਵਿੱਚ ਜੁੜਾਂਗੇ। ਜੇ ਉਹਦੀ ਸਿਫਤ ਸਲਾਹ ਨਹੀਂ ਕੀਤੀ, ਹਜ਼ੂਰ ਨੇ ਤੇ ਇੱਥੋਂ ਤੱਕ ਬਚਨ ਕਹਿ ਦਿੱਤੇ, ਕਹਿਣ ਲੱਗੇ ਜੀਵਨ ਵਿੱਚ ਐਸੇ ਕੰਮ ਨਾ ਕਰ ਜਿੰਨਾ ਕਰਕੇ ਤੈਨੂੰ ਪਰਮਾਤਮਾ ਦੇ ਘਰ ਸ਼ਰਮਿੰਦਗੀ ਝੱਲਣੀ ਪਈ। ਹਜ਼ੂਰ ਨੇ ਬੜੇ ਸੋਹਣੇ ਬਚਨ ਕੀਤੇ। ਕਹਿਣ ਲੱਗੇ ਜਿੰਨਾ ਕੰਮਾਂ ਕਰਕੇ ਤੈਨੂੰ ਰੱਬ ਦੀ ਦਰਗਾਹ ਵਿੱਚ, ਪਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਗੀ ਨਾ ਝੱਲਣੀ ਪਏ, ਕਹਿਣ ਲੱਗੇ ਐਸੇ ਕੰਮਾਂ ਨੂੰ ਆਪਣੇ ਜੀਵਨ ਚੋਂ ਵਿਸਾਰ ਦੇ, ਕਿਤੇ ਤੈਨੂੰ ਪਰਮਾਤਮਾ ਦੇ ਘਰ ਧੌਣ ਨੀਵੀਂ ਕਰਕੇ ਨਾ ਖੜਾ ਹੋਣਾ ਪਵੇ। ਹਜ਼ੂਰ ਦਾ ਬਚਨ ਹੈ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ। ਜਿੰਨਾ ਕੰਮਾਂ ਕਰਕੇ ਤੈਨੂੰ ਸ਼ਰਮਿੰਦਗੀ ਝੱਲਣੀ ਪਏ, ਜਿੰਨਾ ਕੰਮਾਂ ਦਾ ਕੋਈ ਗੁਣ ਹੀ ਨਹੀਂ, ਕੋਈ ਅਰਥ ਹੀ ਨਹੀਂ, ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵਈ ਸਾਈਂ ਦੇ ਦਰਬਾਰ। ਸਿਫਤੀ ਗੰਢ ਪਵੈ ਦਰਬਾਰ। ਪਰਮਾਤਮਾ ਦੇ ਦਰਬਾਰ ਵਿੱਚ, ਵਾਹਿਗੁਰੂ ਦੀ ਦਰਗਾਹ ਵਿੱਚ ਜਿੰਨੀ ਤੂੰ ਸਿਫਤ ਕਰੇਗਾ, ਜਿੰਨੇ ਉਹਦੇ ਗੁਣ ਗਾਏਗਾ, ਹਜ਼ੂਰ ਕਹਿਣ ਲੱਗੇ ਓਨੀ ਹੀ ਤੇਰੀ ਉਸ ਰੱਬ ਦੇ ਘਰ ਵਿੱਚ ਬਣ ਆਏਗੀ। ਅੱਗੇ ਸਤਿਗੁਰਾਂ ਨੇ ਬਚਨ ਕੀਤਾ, ਹਜ਼ੂਰ ਸਮਝਾ ਰਹੇ ਨੇ ਅਗਲੀ ਪੌੜੀ ਵਿੱਚ। ਪਾਤਸ਼ਾਹ ਕਹਿਣ ਲੱਗੇ ਐ ਜੀਵ ਤਰੋਦਸੀ ਤੀਨ ਤਾਪ ਸੰਸਾਰ। 13ਵੀਂ ਥਿਤੀ ਰਾਹੀਂ ਸਤਿਗੁਰੂ ਜੀ ਸਮਝਾ ਰਹੇ ਨੇ। ਪਾਤਸ਼ਾਹ ਕਹਿਣ ਲੱਗੇ ਇਹ ਸੰਸਾਰ ਤਿੰਨ ਤਾਪ, ਜਿਹੜਾ ਅਸੀਂ ਬਚਨ ਪੜ੍ਹਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗੜ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਤਿੰਨ ਤਾਪ, ਤਿੰਨ ਤਾਪ ਆਦ ਵਿਆਦ ਉਪਾਦ, ਤਿੰਨ ਤਾਪ ਮੰਨੇ ਗਏ ਨੇ। ਮਨ ਦੇ ਦੁੱਖ, ਸਰੀਰ ਦੇ ਦੁੱਖ ਤੇ ਤੀਸਰੇ ਦੁੱਖ ਹੁੰਦੇ ਨੇ ਜੋ ਕੋਈ ਇਸ ਪ੍ਰਕਿਰਤੀ ਵਿੱਚ ਕੋਈ ਆਪਦਾ ਆ ਜਾਏ ਉਸ ਕਰਕੇ, ਜਾਂ ਕੋਈ ਤੂਫਾਨ, ਕੋਈ ਭੂਚਾਲ ਜਾਂ ਵਰਖਾ, ਇਸ ਕਰਕੇ ਜਦੋਂ ਕੋਈ ਦੁੱਖ ਆਉਂਦਾ ਹੈ, ਕੋਈ ਵਿਗੜ ਪੈਂਦਾ ਹੈ। ਇੱਕ ਮਾਨਸਿਕ ਦੁੱਖ ਹੈ, ਇੱਕ ਸਰੀਰ ਦੇ ਦੁੱਖ ਨੇ, ਤੇ ਇੱਕ ਪ੍ਰਾਕ੍ਰਿਤਿਕ ਆਪਦਾ ਕਰਕੇ। ਹਜ਼ੂਰ ਕਹਿਣ ਲੱਗੇ ਤਿੰਨ ਤਾਪ, ਇਹਨਾਂ ਤਿੰਨਾਂ ਤਾਪਾਂ ਦੇ ਅੰਦਰ ਸਾਰਾ ਸੰਸਾਰ ਗ੍ਰਸਿਆ ਹੋਇਆ ਹੈ। ਤਰੋਦਸੀ ਤੀਨ ਤਾਪ ਸੰਸਾਰ, ਆਵਤ ਜਾਤ ਨਰਕ ਅਵਤਾਰ। ਬੰਦਾ ਇਹਨਾਂ ਤਿੰਨਾਂ ਤਾਪਾਂ ਵਿੱਚ ਹੀ ਜਨਮਦਾ ਤੇ ਮਰਦਾ ਹੈ। ਹਰ ਇੱਕ ਮਨੁੱਖ ਕੋਈ ਮਾਨਸਿਕ ਰੋਗ ਨਾਲ ਗ੍ਰਸਿਆ ਹੁੰਦਾ ਹੈ। ਐਸੇ ਅੱਜ ਦੇ ਦੌਰ ਵਿੱਚ ਜ਼ਿਆਦਾਤਰ ਬੰਦੇ ਸਰੀਰ ਦੇ ਦੁੱਖ ਨਾਲ ਟੈਨਸ਼ਨ ਵਿੱਚ ਨਹੀਂ, ਜ਼ਿਆਦਾਤਰ ਬੰਦੇ ਮਾਨਸਿਕ ਦੁੱਖ ਤੋਂ ਗ੍ਰਸੇ ਹੋਏ ਨੇ। ਜਿਹਨੂੰ ਅਸੀਂ ਕਹਿ ਦਈਏ ਵੀ ਜ਼ਿਆਦਾਤਰ ਬੰਦੇ, ਉਹਨਾਂ ਦਾ ਮਾਨਸਿਕ, ਉਹਨਾਂ ਦਾ ਮਨ ਇੰਨਾ ਕੁ ਖਿੰਡਾ ਵਿੱਚ ਆਇਆ ਹੋਇਆ ਹੈ, ਉਹਨਾਂ ਕੋਲ ਸਭ ਕੁਝ ਹੈ, ਸਰੀਰ ਦੇ ਸਾਰੇ ਸੁੱਖ ਨੇ, ਦਾਤਾਂ ਵੀ ਨੇ, ਧਨ ਦੌਲਤ ਵੀ ਬੜਾ ਹੈ, ਪਰ ਮਨ ਕਰਕੇ ਬੜੇ ਪਰੇਸ਼ਾਨ ਨੇ। ਉਹ ਮਨ ਕਰਕੇ ਉਹਨਾਂ ਵਿੱਚ ਟਿਕਾਈ ਨਹੀਂ। ਇੱਕ ਗੱਲ ਸਿਆਣੇ ਬੜੀ ਸੋਹਣੀ ਗੱਲ ਆਖਿਆ ਕਰਦੇ ਸਨ, ਕਹਿਣ ਲੱਗੇ ਵੀ ਤੁਸੀਂ
ਧਨ ਦੌਲਤ ਦੇ ਨਾਲ ਕੀਮਤੀ ਤੋਂ ਕੀਮਤੀ ਬੈੱਡ ਖਰੀਦ ਸਕਦੇ ਹੋ, ਸੋਹਣਾ ਪਸ਼ਮੀਨੇ ਦਾ ਵਸਤਰ, ਸੋਹਣੀਆਂ ਚਾਦਰਾਂ, ਕੀਮਤੀ ਚਾਦਰਾਂ ਖਰੀਦ ਸਕਦੇ ਹੋ, ਪਰ ਧਨ ਦੌਲਤ ਦੇ ਨਾਲ ਨੀਂਦ ਨਹੀਂ ਖਰੀਦੀ ਜਾ ਸਕਦੀ। ਨਹੀਂ, ਕਈਆਂ ਕੋਲ ਇੰਨਾ ਕੁ ਧਨ ਦੌਲਤ ਹੁੰਦਾ ਹੈ, ਪਰ ਉਹਨਾਂ ਰਾਤੋਂ ਨੀਂਦ ਹੀ ਨਹੀਂ ਆਉਂਦੀ। ਬੰਦਾ ਮਾਨਸਿਕ ਰੂਪ ਤੋਂ ਇੰਨਾ ਕੁ ਪਰੇਸ਼ਾਨ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਕਈ ਮਨ ਕਰਕੇ ਪਰੇਸ਼ਾਨ ਨੇ, ਕਈ ਸਰੀਰ ਦੇ ਦੁੱਖਾਂ ਕਰਕੇ ਪਰੇਸ਼ਾਨ ਨੇ, ਤੇ ਕਈਆਂ ਨੂੰ ਇਹ ਪ੍ਰਾਕ੍ਰਿਤਿਕ ਆਪਦਾ ਕਰਕੇ ਬੰਦਾ ਪਰੇਸ਼ਾਨ ਹੋ ਜਾਂਦਾ ਹੈ। ਪਰ ਹਰ ਇੱਕ ਬੰਦਾ ਇਸੇ ਤਰ੍ਹਾਂ ਕੋਈ ਮਨ ਦੇ ਰੋਗ ਕਰਕੇ, ਸਰੀਰ ਦੇ ਰੋਗ ਕਰਕੇ ਜਨਮ ਦੁਨੀਆ 'ਤੇ ਲੈਂਦਾ ਹੈ, ਤੇ ਇਹਨਾਂ ਦੁੱਖਾਂ ਦੇ ਅੰਦਰ ਹੀ ਆਪਣੇ ਸਵਾਸਾਂ ਨੂੰ ਭੋਗ ਕੇ ਚਲਾ ਜਾਂਦਾ ਹੈ। ਹਰ ਆਵਤ ਜਾਤ ਨਰਕ ਅਵਤਾਰ, ਹਰ ਹਰ ਭਜਨ ਨਾ ਮਨ ਮੈਂ ਆਇਓ, ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ। ਹਜ਼ੂਰ ਕਹਿਣ ਲੱਗੇ, ਕਦੀ ਉਸ ਪਰਮਾਤਮਾ ਦਾ ਭਜਨ ਨਹੀਂ ਕੀਤਾ, ਕਦੀ ਉਸ ਪਰਮਾਤਮਾ ਦੀ ਸਿਫਤ, ਉਹਦੇ ਗੁਣਾਂ ਨੂੰ ਨਹੀਂ ਗਾਇਆ। ਹਰ ਇੱਕ ਸੋਗ ਕਾ ਦੇਹ ਕਰ ਬਾਧਿਓ, ਦੀਰਘ ਰੋਗ ਮਾਇਆ ਅਸਾਧਿਓ। ਹਜ਼ੂਰ ਕਹਿਣ ਲੱਗੇ, ਹਰ ਇੱਕ ਖੁਸ਼ੀ ਅਤੇ ਗਮੀ ਬੰਦਾ ਇਹਨਾਂ ਕਰਕੇ ਹੀ ਬੱਝਾ ਹੋਇਆ ਹੈ, ਤੇ ਸਭ ਤੋਂ ਵੱਡਾ ਰੋਗ ਬੰਦੇ ਨੂੰ ਲੱਗਾ ਹੋਇਆ ਇਸ ਮਾਇਆ ਦਾ, ਵਿਸ਼ੇ ਵਿਕਾਰਾਂ ਦਾ। ਜੇ ਇਸ ਰੋਗ ਦਾ ਕੋਈ ਇਲਾਜ ਨਹੀਂ ਪਰਮਾਤਮਾ ਦੇ ਨਾਮ ਤੋਂ ਬਗੈਰ। ਤੇ ਅੱਗੇ ਸੱਚੇ ਪਾਤਸ਼ਾਹ ਆਖਦੇ, ਬੰਦਾ ਮਾਇਆ ਵਿੱਚ ਇੰਨਾ ਕੁ ਖਜਿਤ ਹੋ ਜਾਂਦਾ ਹੈ, ਦਿਨਹੇ ਵਿਕਾਰ ਕਰਤ ਸ਼ਰਮ ਪਾਇਓ। ਸਾਰਾ ਦਿਨ ਵਿਸ਼ੇ ਵਿਕਾਰਾਂ ਨੂੰ ਭੋਗਦਾ ਰਹਿੰਦਾ ਹੈ, ਕੰਮ ਕਾਜ ਕਰਦਾ ਰਹਿੰਦਾ ਹੈ, ਤੇ ਜਦੋਂ ਰਾਤ ਨੂੰ ਆਪਣੇ ਆਸਣ 'ਤੇ ਜਾ ਕੇ ਆਰਾਮ ਕਰਦਾ ਹੈ, ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਰਾ ਦਿਨ ਜਿਨ੍ਹਾਂ ਦੀਆਂ ਚੁਗਲੀਆਂ ਕੀਤੀਆਂ, ਜਿਨ੍ਹਾਂ ਦੀ ਨਿੰਦਾ ਕੀਤੀ, ਜਿਨ੍ਹਾਂ ਨੂੰ ਮਾੜਾ ਬੋਲਿਆ, ਕਹਿਣ ਲੱਗੇ ਸੁਪਨੇ ਵਿੱਚ ਵੀ ਫਿਰ ਉਹੀ ਦਿਮਾਗ ਵਿੱਚ ਘੁੰਮਦਾ ਰਹਿੰਦਾ ਹੈ। ਹਜ਼ੂਰ ਕਹਿਣ ਲੱਗੇ, ਦਿਨਹੇ ਵਿਕਾਰ ਕਰਤ ਸ਼ਰਮ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ। ਸਰਾਜ ਸੁਪਨਿਆਂ ਵਿੱਚ ਵੀ ਉਹੀ ਗੱਲਾਂ ਬਰੜਾ ਬਰੜਾ ਕੇ ਬੋਲਦਾ। ਤੇ ਪਾਤਸ਼ਾਹ ਕਹਿਣ ਲੱਗੇ, ਹਾਲ ਪਤਾ ਕਿਉਂ ਹੈ ਤੇਰਾ, ਜਦੋਂ ਤੇਰੇ ਜੀਵਨ ਸੁੱਖ ਨਹੀਂ, ਚੈਨ ਨਹੀਂ, ਆਰਾਮ ਨਹੀਂ। ਕਹਿਣ ਲੱਗੀ, ਸਭ ਕੁਝ ਇਸ ਕਰਕੇ ਹੈ, ਹਰ ਬਿਸਰਤ ਹੋਵਤ ਇਹ ਹਾਲ। ਹਰੀ ਨੂੰ ਵਿਸਾਰਨ ਕਰਕੇ, ਪਰਮਾਤਮਾ ਤੋਂ ਟੁੱਟਣ ਕਰਕੇ। ਇੱਕ ਬਚਨ ਸਤਿਗੁਰਾਂ ਨੇ ਹੋਰ ਕੀਤਾ ਬਾਣੀ ਅੰਦਰ, ਪਾਤਸ਼ਾਹ ਜੀ ਆਖਦੇ ਨੇ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾਕੋ ਓਟ ਤੁਹਾਰੀ। ਹਰੀ ਤੋਂ ਟੁੱਟ ਕੇ ਹਮੇਸ਼ਾ ਦੁੱਖ ਮਿਲਦਾ ਹੈ, ਤੇ ਜਿਹੜੇ ਹਰੀ ਨਾਲ ਜੁੜਦੇ ਨੇ ਉਹਨਾਂ ਨੂੰ ਜੀਵਨ ਵਿੱਚ ਹਮੇਸ਼ਾ ਸੁੱਖ ਮਿਲਦਾ ਹੈ। ਹਰ ਬਿਸਰਤ ਹੋਵਤ ਇਹ ਹਾਲ। ਤੇ ਅਖੀਰ ਵਿੱਚ ਪਾਤਸ਼ਾਹ ਕਹਿਣ ਲੱਗੇ, ਐ ਜੀਵ ਸਰਨ ਨਾਨਕ ਪ੍ਰਭ ਪੁਰਖ ਦਿਆਲ। ਉਸ ਪਰਮਾਤਮਾ ਦੀ ਸਰਨ ਵਿੱਚ ਆ, ਉਸ ਪਰਮਾਤਮਾ ਦੀ ਗੋਦ ਵਿੱਚ ਆ, ਜਿਸ ਗੋਦ ਵਿੱਚ ਆ ਕੇ ਤੈਨੂੰ ਦੁਨੀਆ ਦੇ ਸਾਰੇ ਸੁੱਖ ਪ੍ਰਾਪਤ ਹੋਣਗੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿਣ ਲੱਗੇ, ਮਾਲਕ ਜੀ ਥਾਂ ਥਾਂ 'ਤੇ ਭਟਕ ਕੇ ਆ ਗਿਆ ਹਾਂ, ਨਾ ਕਿਤੇ ਮਨ ਦਾ ਸੁੱਖ ਮਿਲਿਆ, ਨਾ ਸਰੀਰ ਦਾ ਸੁੱਖ ਮਿਲਿਆ, ਤੇ ਕਿਸੇ ਨੇ ਫਿਰ ਮੈਨੂੰ ਰਸਤਾ ਦਿੱਤਾ, ਗੱਲ ਸਮਝਾ ਦਿੱਤੀ ਵੀ ਜੇ ਦੁਨੀਆ ਵਿੱਚ ਮਨ ਦਾ, ਸਰੀਰ ਦਾ ਸੁੱਖ ਲੈਣਾ ਚਾਹੁੰਦਾ ਤੇ ਇੱਕ ਹੀ ਘਰ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ। ਉਸ ਘਰ ਵਿੱਚ ਚਲਾ ਜਾ, ਜੋ ਕੁਝ ਚਾਹੁੰਦਾ ਤੈਨੂੰ ਸਭ ਕੁਝ ਮਿਲੇਗਾ। ਤੇ ਪਾਤਸ਼ਾਹ ਕਹਿਣ ਲੱਗੇ, ਜਦੋਂ ਬੰਦਾ ਫਿਰ ਸਤਿਗੁਰ ਦੇ ਦਰ 'ਤੇ ਆਉਂਦਾ ਤੇ ਜਦੋਂ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਤੇ ਫਿਰ ਉਹ ਉੱਚੀ ਆਵਾਜ਼ ਵਿੱਚ ਇਹ ਗਾ ਉੱਠਦਾ ਹੈ ਕਿ ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਮੈਨੂੰ ਸਭ ਕੁਝ ਮਿਲ ਗਿਆ, ਮੈਨੂੰ ਵਡਿਆਈ ਵੀ ਮਿਲੀ, ਮੈਨੂੰ ਤੇਰਾ ਨਾਮ ਵੀ ਮਿਲਿਆ, ਮੇਰੇ ਮਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਇਸ ਕਰਕੇ ਕਦੀ
ਚਿੰਤਾ ਵਿੱਚ ਨਹੀਂ ਪੈਣਾ ਚਾਹੀਦਾ। ਹਜ਼ੂਰ ਨੇ ਆਖਿਆ ਚਿੰਤਾ ਮੈਂ ਕਰਨ ਲਈ ਬੈਠਾ ਹਾਂ, ਤੂੰ ਚਿੰਤਾ ਨਾ ਕਰ, ਤੂੰ ਚਿੰਤਨ ਕਰ, ਤੂੰ ਚਿੰਤਨ ਕਰ, ਚਿੰਤਾ ਮੈਂ ਆਪੇ ਤੇਰੀ ਕਰਾਂਗਾ। ਪਰ ਬੰਦਾ ਆਪਣਾ ਤੇ ਰੱਖਦਾ ਵੀ ਮੈਂ ਕਰਨ ਵਾਲਾ। ਜਦੋਂ ਅਸੀਂ ਗੁਰੂ ਤੇ ਭਰੋਸਾ ਛੱਡ ਦਿੰਦੇ ਹਾਂ, ਜਦੋਂ ਅਸੀਂ ਆਪਣੇ ਬਲ ਤੇ ਭਰੋਸਾ ਰੱਖ ਕੇ ਤੁਰਦੇ ਹਾਂ, ਸੱਚ ਜਾਣਿਓ ਸਾਡੀਆਂ ਚਿੰਤਾਵਾਂ ਵੱਧਦੀਆਂ ਨੇ, ਘਟਦੀਆਂ ਨਹੀਂ। ਜਦੋਂ ਅਸੀਂ ਰੱਬ ਤੇ ਛੱਡਾਂਗੇ, ਰੱਬ ਨੇ ਆਖਿਆ ਚਿੰਤਾ ਨਾ ਕਰ, ਤੂੰ ਚਿੰਤਨ ਕਰ। ਜਦੋਂ ਚਿੰਤਨ ਕਰਾਂਗੇ ਫਿਰ ਰੱਬ ਸਾਡੀਆਂ ਚਿੰਤਾ ਸਾਰੀਆਂ ਮੁਕਾ ਦਿੰਦਾ ਹੈ। ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਿਆਣੇ ਵਿਦਵਾਨ ਆਖਿਆ ਕਰਦੇ ਸਨ ਚਿੰਤਾ ਤੇ ਚਿਤਾ ਵੀ ਜ਼ਿਆਦਾ ਫਰਕ ਨਹੀਂ ਹੁੰਦਾ, ਟਿੱਪੀ ਦੇ ਫਰਕ ਹੈ। ਜਿਹੜਾ ਬੰਦਾ ਚਿੰਤਾ ਵਿੱਚ ਜਿਉਂਦਾ ਹੈ ਨਾ, ਉਹ ਚਿਤਾ ਤੇ ਪਹੁੰਚਣ ਲੱਗਿਆਂ ਦੇਰ ਨਹੀਂ ਲਾਏਗਾ। ਕਈ ਵਾਰ ਬੰਦੇ ਦੀ ਅੰਦਰ ਦੀ ਚਿੰਤਾ ਹੀ ਉਹਨੂੰ ਅੰਦਰੋਂ ਇੰਨਾ ਕੁ ਖਾ ਜਾਂਦੀ ਹੈ, ਕਹਿਣ ਲੱਗੇ ਬੰਦਾ ਬਾਹਰੋਂ ਬੜਾ ਸੋਹਣਾ, ਬੜਾ ਸਵਸਥ ਨਜ਼ਰ ਆਉਂਦਾ ਹੈ, ਪਰ ਅੰਦਰੋਂ ਹੀ ਅੰਦਰੋਂ ਖਤਮ ਹੋਇਆ ਹੁੰਦਾ ਹੈ। ਹਜ਼ੂਰ ਕਹੇ ਚਿੰਤਾ ਚਿਤਾ ਤੇ ਪਹੁੰਚਾ ਦਿੰਦੀ ਹੈ, ਇਸ ਕਰਕੇ ਚਿੰਤਾ ਨਹੀਂ, ਚਿੰਤਨ ਵੀ ਜੁੜਿਆ ਕਰ। ਹਜ਼ੂਰ ਕਹਿਣ ਲੱਗੇ ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਜ ਦੇ ਇਸ ਸ਼ਬਦ ਵਿੱਚ ਇਹੀ ਕਿਰਪਾ ਕਰ ਰਹੇ ਨੇ। ਤੇ ਅਖੀਰ ਵਿੱਚ ਇੱਕ ਮੈਂ ਬੇਨਤੀ ਜ਼ਰੂਰ ਕਰਨੀ, ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ, ਉਹਨਾਂ ਦੀ ਕਮਾਈ ਨੂੰ ਸਿਜਦਾ ਹੈ, ਨਮਸਕਾਰ ਹੈ, ਕੋਟ ਕੋਟ ਪ੍ਰਣਾਮ ਹੈ। ਉਹਨਾਂ ਦੀ ਕਮਾਈ ਹੈ ਜਿੱਥੇ ਅੱਜ ਅਸੀਂ ਬੈਠੇ ਹੋਏ ਹਾਂ। ਮੈਨੂੰ ਗੱਲ ਕਿਸੇ ਵਿਦਵਾਨ ਨੇ ਕਹੀ ਬੜੀ ਸੋਹਣੀ, ਉਹ ਮੈਂ ਆਪ ਜੀ ਸਾਂਝੀ ਕਰਕੇ ਸਮਾਪਤੀ ਕਰਦੇ ਹਾਂ। ਇੱਕ ਰਿਸ਼ੀ ਹੋਏ ਨੇ, ਮਤੰਗ ਰਿਸ਼ੀ ਹੋਏ ਨੇ। ਮਤੰਗ ਰਿਸ਼ੀ, ਇੱਕ ਵਾਰ ਇੱਕ ਰਾਜਾ ਮਤੰਗ ਰਿਸ਼ੀ ਨੂੰ ਮਿਲਣ ਆਉਂਦਾ ਹੈ। ਉਹਨੇ ਚੇਲਿਆਂ ਨੂੰ ਪੁੱਛਿਆ ਵੀ ਸੰਤ ਜੀ ਨੂੰ ਮਿਲਣਾ ਹੈ। ਕਹਿਣ ਲੱਗੇ ਵੀ ਅੱਜ ਉਹ ਮਿਲ ਨਹੀਂ ਸਕਦੇ, ਕੀ ਗੱਲ? ਉਹ ਤਪ ਕਰ ਰਹੇ ਨੇ, ਬੰਦਗੀ ਕਰ ਰਹੇ ਨੇ। ਕਹਿਣ ਲੱਗੇ ਨਹੀਂ ਜੀ ਬਸ ਉਹ ਮਿਲ ਨਹੀਂ ਸਕਦੇ। ਕਹਿਣ ਲੱਗੇ ਦੱਸੋ ਤੇ ਉਹ ਕਰ ਕੀ ਰਹੇ ਨੇ? ਕਹਿਣ ਲੱਗੇ ਚਲੋ ਠੀਕ ਹੈ, ਤੁਸੀਂ ਅੱਗੇ ਜਾ ਕੇ ਆਪ ਹੀ ਦੇਖ ਲਓ ਵੀ ਉਹ ਕਰ ਕੀ ਰਹੇ ਨੇ। ਜਦੋਂ ਰਾਜਾ ਅੱਗੇ ਜਾਂਦਾ ਹੈ, ਕੀ ਵੇਖਦਾ? ਉਹ ਮਤੰਗ ਰਿਸ਼ੀ ਇੱਕ ਰੁੱਖ ਤੇ ਚੜੇ ਹੋਏ ਨੇ, ਉਹ ਲੱਕੜਾਂ ਵੱਢ ਰਹੇ ਨੇ, ਲੱਕੜਾਂ ਇਕੱਠੀਆਂ ਕਰ ਰਹੇ। ਰਾਜਾ ਗਿਆ, ਉਹਨੇ ਨਮਸਕਾਰ ਕੀਤੀ। ਉਸ ਮਤੰਗ ਰਿਸ਼ੀ ਨੇ, ਉਸ ਸਾਧੂ ਨੇ ਅਸੀਸ ਦਿੱਤੀ। ਤੇ ਸਾਧ ਸੰਗਤ ਜੀ ਅਸੀਸ ਦੇ ਕੇ ਕਹਿਣ ਲੱਗੇ ਰਾਜਨ ਸਭ ਕੁਝ ਕੁਸ਼ਲ ਹੈ, ਸੁਖ ਸਾਂਦ ਹੈ? ਕਹਿਣ ਲੱਗਾ ਜੀ ਹਾਂ, ਆਪ ਜੀ ਦੀ ਬਖਸ਼ਿਸ਼ ਹੈ, ਤੁਹਾਡੀ ਰਹਿਮਤ ਹੈ। ਤੇ ਕਹਿਣ ਲੱਗਾ ਸੰਤ ਜੀ ਆਪ ਜੀ ਇੱਥੇ ਲੱਕੜਾਂ ਕਿਉਂ ਵੱਢ ਰਹੇ ਹੋ? ਕਹਿਣ ਲੱਗੇ ਲੱਕੜਾਂ ਵੱਢ ਰਿਹਾ ਹਾਂ, ਮੈਂ ਪਰ ਉਪਕਾਰ ਦਾ ਕੰਮ ਕਰ ਰਿਹਾ। ਮੇਰਾ ਆਸ਼ਰਮ, ਮੇਰਾ ਡੇਰਾ ਰਸਤੇ ਤੇ ਪੈਂਦਾ ਹੈ, ਇੱਥੋਂ ਅਨੇਕਾਂ ਰਾਹੀ ਜਾਂਦੇ, ਅਨੇਕਾਂ ਮੁਸਾਫਿਰ ਗੁਜ਼ਰਦੇ ਨੇ। ਮੈਂ ਉਹਨਾਂ ਦੀ ਕਿਸੇ ਰਾਸ਼ਨ ਦੇ ਨਾਲ, ਪਦਾਰਥਾਂ ਨਾਲ ਸਹਾਇਤਾ ਨਹੀਂ ਕਰ ਸਕਦਾ, ਪਰ ਮੈਂ ਲੱਕੜਾਂ ਇਕੱਠੀਆਂ ਕਰਦਾ ਹਾਂ ਉਹਨਾਂ ਵਾਸਤੇ। ਵਰਖਾ ਦੀ ਰੁੱਤ ਆਏਗੀ, ਸਰਦੀ ਦਾ ਮੌਸਮ ਆਏਗਾ। ਕਹਿਣ ਲੱਗੇ ਮੇਰੇ ਕੋਲ ਲੱਕੜਾਂ ਦੇ ਭੰਡਾਰੇ ਇਕੱਠੇ ਹੋਣਗੇ, ਜਿਸ ਨੂੰ ਵੀ ਜ਼ਰੂਰਤ ਹੋਏਗੀ ਮੇਰੇ ਕੋਲ ਲੱਕੜਾਂ ਲੈ ਕੇ ਆਪਣਾ ਰਾਸ਼ਨ, ਆਪਣਾ ਅੰਨ ਪਾਣੀ ਤਿਆਰ ਕਰ ਸਕਦਾ ਹੈ। ਰਾਜਾ ਕਹਿਣ ਲੱਗਾ ਫਕੀਰ ਜੀ ਮੈਂ ਆਪਣੀ ਫੌਜ ਲਾ ਦਿੰਦਾ ਹਾਂ, ਆਪਣੀ ਸੈਨਾ ਲਾ ਦਿੰਦਾ ਹਾਂ, ਲੱਕੜਾਂ ਵੱਢ ਦੇਗੀ ਜਿੰਨੀਆਂ ਤੁਸੀਂ ਆਖਦੇ ਹੋ। ਤੇ ਰਾਜੇ ਨੇ ਆਖਿਆ, ਕਹਿਣ ਲੱਗੇ ਗੱਲ ਸੋਹਣੀ ਕਹੀਏ ਤੂੰ। ਕਹਿਣ ਲੱਗੇ ਮੈਂ ਚਾਹੁੰਦਾ ਵਾਂ ਤੇ ਫੌਜ ਵੀ ਲੱਕੜਾਂ ਵੱਢੇ, ਤੂੰ ਵੀ ਲੱਕੜਾਂ ਇਕੱਠੀਆਂ ਕਰ, ਮੈਂ ਵੀ ਇਕੱਠੀਆਂ ਕਰਾਂਗਾ, ਆਪਾਂ ਸਾਰੇ ਰਲ ਕੇ ਪਰ ਉਪਕਾਰ ਦਾ ਕੰਮ ਕਰਾਂਗੇ। ਸਾਧ ਸੰਗਤ ਜੀ ਰਾਜਾ ਵੀ ਨਾਲ ਲੱਗ ਜਾਂਦਾ ਹੈ, ਲੱਕੜਾਂ ਵੱਢਦੇ ਰਹੇ, ਇਕੱਠੀਆਂ ਕਰਦੇ ਰਹੇ। ਤੇ ਰਾਤ ਰਾਜਾ ਉਸ ਫਕੀਰ ਕੋ ਰੁਕਦਾ ਹੈ। ਜੋ ਸਵੇਰ ਹੋਈ ਵਿਦਾ ਕਰਨ ਲੱਗੇ ਉਹ ਸਾਧੂ, ਉਹ ਮਤੰਗ ਰਿਸ਼ੀ ਜਦੋਂ ਰਸਤੇ 'ਚੋਂ ਲੰਘ ਰਹੇ ਨੇ, ਉਸੇ ਥਾਂ ਤੇ ਆ ਗਏ ਜਿੱਥੇ ਕ ਲੱਕੜਾਂ ਵੱਡੀਆਂ ਸਨ, ਲੱਕੜਾਂ ਇਕੱਠੀਆਂ ਕੀਤੀਆਂ। ਜਦੋਂ ਉੱਥੋਂ ਗੁਜ਼ਰਨ ਲੱਗੇ ਉਸ ਰਾਜ ਨੂੰ ਬੜੀ ਸੁਗੰਧੀ ਆਈ, ਖੁਸ਼ਬੂ ਆਈ।
ਰਾਜਾ ਪੁੱਛਦਾ ਹੈ, ਸੰਤ ਜੀ ਖੁਸ਼ਬੂ ਕਿੱਥੋਂ ਆ ਰਹੀ ਹੈ? ਮੇਰੇ ਅਨੇਕਾਂ ਬਗੀਚੇ ਨੇ, ਅਨੇਕਾਂ ਫੁਲਵਾੜੀਆਂ ਨੇ, ਇਹੋ ਜੀ ਸੁਗੰਧੀ, ਇਹੋ ਜੀ ਖੁਸ਼ਬੂ ਮੈਨੂੰ ਅੱਜ ਤੱਕ ਕਿਤੇ ਵੀ ਨਹੀਂ ਆਈ, ਕਿਸੇ ਫੁੱਲ ਚੋਂ ਨਹੀਂ ਆਈ। ਇਹ ਖੁਸ਼ਬੂ ਕਿੱਥੋਂ ਆ ਰਹੀ? ਨਾ ਇੱਥੇ ਕੋਈ ਫੁੱਲ ਨਜ਼ਰ ਆਉਂਦਾ ਹੈ। ਤੇ ਉਹ ਫਕੀਰ ਆਖਦਾ, ਕਹਿਣ ਲੱਗੇ, ਰਾਜਨ ਜਰਾ ਹੇਠਾਂ ਨੂੰ ਧਿਆਨ ਮਾਰ, ਗੌਰ ਨਾਲ ਦੇਖ। ਜਦੋਂ ਜ਼ਮੀਨ ਤੇ ਗੌਰ ਨਾਲ ਦੇਖਿਆ, ਉੱਥੇ ਛੋਟੇ ਛੋਟੇ ਫੁੱਲ ਖਿੜੇ ਹੋਏ ਸਨ। ਕਹਿਣ ਲੱਗਾ, ਜੀ ਫੁੱਲ ਕਿੱਥੋਂ ਆਏ? ਤੇ ਉਸ ਫਕੀਰ ਨੇ ਜਿਹੜੀ ਗੱਲ ਕਹੀ, ਬਹੁਤ ਹੀ ਬਾਕਮਾਲ ਗੱਲ ਕਹੀ। ਕਹਿਣ ਲੱਗੇ, ਰਾਜਨ ਜਿਹੜੇ ਇਹ ਫੁੱਲ ਖਿੜੇ ਹੋਏ ਨੇ, ਇਹ ਤੇਰੇ ਅਤੇ ਮੇਰੇ ਪਸੀਨੇ ਦੇ ਫੁੱਲ ਨੇ। ਜਿਹੜਾ ਅਸੀਂ ਕੱਲ ਇੱਥੇ ਪਸੀਨਾ ਵਹਾਇਆ ਦੁਨੀਆ ਦੇ ਪਰ ਉਪਕਾਰ ਲਈ, ਇਸ ਦੁਨੀਆ ਦੇ ਭਲੇ ਲਈ, ਇਸ ਦੁਨੀਆ ਤੇ ਪਰ ਉਪਕਾਰ ਦੇ ਕੰਮ ਕਰਨ ਵਾਸਤੇ ਜਿਹੜੀਆਂ ਆਪਾਂ ਇੱਥੇ ਲੱਕੜਾਂ ਵੱਡੀਆਂ, ਲੱਕੜਾਂ ਇਕੱਠੀਆਂ ਕੀਤੀਆਂ। ਕਹਿਣ ਲੱਗੇ, ਤੈਨੂੰ ਵੀ ਪਸੀਨਾ ਆਇਆ, ਮੈਨੂੰ ਵੀ ਪਸੀਨਾ ਆਇਆ, ਆਪਾਂ ਦੋਵਾਂ ਨੇ ਮਿਹਨਤ ਕੀਤੀ ਤੇ ਅੱਜ ਜਿਹੜੇ ਫੁੱਲ ਖਿੜੇ ਹੋਏ ਨੇ, ਇਹ ਸਾਡੇ ਪਸੀਨੇ ਦੀ ਖੁਸ਼ਬੂ ਹੈ, ਹੋਰ ਕੋਈ ਨਹੀਂ। ਦੇਖੋ, ਜੇ ਇਸ ਮਹਾਂਪੁਰਖ ਦੀ ਕਮਾਈ, ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ, ਉਹਨਾਂ ਨੇ ਇਸ ਥਾਂ ਤੇ ਆ ਕੇ, ਤੁਸੀਂ ਸੋਚ ਸਕਦੇ ਹੋ, ਜਦੋਂ ਬਾਬਾ ਜੀ ਇਸ ਥਾਂ ਤੇ ਆਏ ਹੋਣਗੇ, ਇੱਥੇ ਕੀ ਕੁਝ ਹੋਇਆ ਹੋਏਗਾ। ਇੱਥੇ ਕੁਝ ਵੀ ਨਹੀਂ ਸੀ ਉਦੋਂ। ਜੰਗਲ ਵਿੱਚ ਮੰਗਲ ਆਇਆ ਇੱਥੇ ਮਹਾਂਪੁਰਖਾਂ ਨੇ ਆ ਕੇ। ਉਹਨਾਂ ਦੇ ਪਸੀਨੇ ਦੀ ਖੁਸ਼ਬੂ ਅੱਜ ਸਮੁੱਚੀ ਸਿੱਖ ਕੌਮ ਮਾਣ ਰਹੀ ਹੈ। ਉਹਨਾਂ ਨੇ ਇੱਥੇ ਮਿਹਨਤ ਕੀਤੀ। ਬਾਬਾ ਜੀ ਨੇ ਆਪ ਇੱਥੇ ਹੱਥੀਂ ਕਿਰਤ ਕਰਦੇ ਹੁੰਦੇ ਸਨ। ਇੱਥੇ ਬਾਬਾ ਜੀ ਆਪ ਮਿੱਟੀ ਨੂੰ ਢੋਣਾ, ਮਿੱਟੀ ਨੂੰ ਉਤਾਰਨਾ ਟਰਾਲੀਆਂ ਵਿੱਚੋਂ। ਅੱਤ ਦੀ ਜ਼ਿਆਦਾ ਸਖਤ ਮਿਹਨਤ ਕੀਤੀ ਮਹਾਂਪੁਰਖਾਂ ਨੇ, ਹੱਡ ਤੋੜ ਕੇ ਮਿਹਨਤ ਕੀਤੀ ਤੇ ਅੱਜ ਉਹਨਾਂ ਦੇ ਪਸੀਨੇ ਦੀ ਖੁਸ਼ਬੂ ਅਸੀਂ ਮਾਣ ਰਹੇ ਹਾਂ। ਇੱਥੇ ਸੋਹਣੀਆਂ ਬਿਲਡਿੰਗਾਂ ਬਣੀਆਂ, ਸੋਹਣਾ ਅਸਥਾਨ ਬਣਿਆ ਤੇ ਕੇਵਲ ਇਹ ਉਹਨਾਂ ਮਹਾਂਪੁਰਖਾਂ ਦੀ ਕਮਾਈ ਹੈ। ਅਸੀਂ ਜਿੰਨੇ ਵੀ ਉਹਨਾਂ ਦੀ ਕਮਾਈ ਨੂੰ ਸਜਦਾ ਕਰੀਏ, ਨਮਸਕਾਰ ਕਰੀਏ, ਸਾਧ ਸੰਗਤ ਜੀ, ਓਨਾ ਹੀ ਥੋੜਾ ਹੈ। ਜਿਹੜਾ ਬੂਟਾ ਇੱਥੇ ਲਾਇਆ, ਗੁਰਮਤਿ ਸੰਗੀਤ ਨੂੰ ਦੁਬਾਰਾ ਤੋਂ ਸੁਰਜੀਤ ਕੀਤਾ, ਤੰਤੀ ਸਾਜ਼ਾਂ ਦੀ ਗੱਲ ਇੱਥੇ ਹੋਈ ਤੇ ਜਿਹੜੀ ਗੱਲ ਇੱਥੋਂ ਸ਼ੁਰੂ ਬਾਬਾ ਜੀ ਨੇ ਕੀਤੀ ਤੇ ਅੱਜ ਉਹੀ ਗੱਲ ਵਿਸ਼ਵ ਦੇ ਕੋਨੇ-ਕੋਨੇ ਵਿੱਚ ਹੋ ਰਹੀ ਹੈ। ਜਿਹੜਾ ਬੂਟਾ ਬਾਬਾ ਜੀ ਨੇ ਲਾਇਆ, ਅੱਜ ਉਸ ਬੂਟੇ ਦੀ ਖੁਸ਼ਬੂ ਥਾਂ ਤੇ ਹੈ। ਤੇ ਇਸ ਕਰਕੇ ਸਾਨੂੰ ਉਸ ਮਹਾਂਪੁਰਖ ਦੀ ਕਮਾਈ ਨੂੰ ਕੋਟ ਨਮਸਕਾਰ ਕਰਨੀ ਚਾਹੀਦੀ ਹੈ ਤੇ ਉਹਨਾਂ ਦੀ ਕਮਾਈ ਨੂੰ ਸਜਦਾ ਕਰਨਾ ਚਾਹੀਦਾ ਹੈ। ਜਿਸ ਮਹਾਂਪੁਰਖ ਦੀ ਪਸੀਨੇ ਦੀ ਖੁਸ਼ਬੂ ਨੂੰ ਅੱਜ ਅਸੀਂ ਇੱਥੇ ਮਾਣ ਰਹੇ ਹਾਂ, ਸਾਨੂੰ ਸਕੂਨ ਮਿਲਦਾ ਹੈ ਇਸ ਅਸਥਾਨ ਤੇ ਆ ਕੇ, ਕਿਉਂਕਿ ਇੱਥੇ ਉਹਨਾਂ ਦੀਆਂ ਕਮਾਈਆਂ ਨੇ, ਉਹਨਾਂ ਦੀਆਂ ਬਰਕਤਾਂ ਨੇ। ਸਤਿਗੁਰੂ ਜੀ ਨੇ ਆਪ ਇੱਥੇ ਰਹਿਮਤਾਂ ਵਰਤਾਈਆਂ। ਅੱਜ ਉਹਨਾਂ ਮਹਾਂਪੁਰਖਾਂ ਨੇ ਜੋ ਇੱਕ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਆਰੰਭ ਕੀਤੀ, ਸੰਤ ਬਾਬਾ ਅਮੀਰ ਸਿੰਘ ਜੀ ਉਸੇ ਲੜੀ ਨੂੰ ਹੀ ਅੱਗੇ ਤੋਰ ਕੇ ਲੈ ਕੇ ਜਾ ਰਹੇ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਇਹ 29ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਮਰਪਿਤ ਕੀਤਾ ਗਿਆ ਹੈ। ਅੱਜ ਸਾਰਾ ਦਿਨ ਦੀਵਾਨ ਚੱਲਣੇ ਨੇ, ਸੰਤ ਸਮਾਗਮ ਵੀ ਹੋਣੇ, ਢਾਡੀ ਦਰਬਾਰ ਵੀ ਹੋਣੇ ਨੇ। ਸੋ ਆਪ ਜੀ ਸਾਰੀ ਸੰਗਤ ਨੇ ਸਾਰੇ ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ। ਰਾਤ ਨੂੰ ਵਿਸ਼ੇਸ਼ ਸਮਾਗਮਾਂ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜੋ ਸੀ ਸਤਿਗੁਰਾਂ ਦੇ ਸ਼ਲੋਕ ਪੜ੍ਹਦੇ ਆ, 9ਵੇਂ ਮਹੱਲੇ ਦੇ ਸ਼ਲੋਕ, ਅੱਜ ਉਹਨਾਂ ਦਾ ਰਾਗਾਂ ਵਿੱਚ ਕੀਰਤਨ ਹੋਵੇਗਾ ਸੰਗਤੇ ਰੂਪ ਵਿੱਚ। ਤੇ ਆਪ ਜੀ ਜ਼ਰੂਰ ਉਹਨਾਂ ਉਸ ਕੀਰਤਨ ਦਾ ਆਨੰਦ ਮਾਣਨਾ ਹੈ। ਸੋ ਆਪ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ, ਸਤਿਗੁਰੂ ਜੀ ਆਪ ਜੀ ਸਮੂਹ ਸੰਗਤ ਬਖਸ਼ਣ ਯੋਗ ਹੈ, ਆਪ ਜੀ ਨੇ ਬਖਸ਼ ਦੇਣਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।